ट्रक एंड ट्रेलर सेंटर विनीपेग कैनेडा ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ। DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ਇਹ MPI ਅਪਰੂਵਡ ਨੇ और हाँ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 ਜਾਂ ਫਿਰ ਕਾਲ ਕਰੋ 204 777 0460। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਇਸ ਵਕਤ ਤੁਸੀਂ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਤੁਸੀਂ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤਾਂ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਤੁਸੀਂ ਵੀਡੀਓਜ਼ ਦੇਖ ਹੀ ਲਈਆਂ ਹੋਣੀਆਂ। ਕੱਲ੍ਹ ਬਠਿੰਡੇ 'ਚ ਕਾਂਗਰਸ ਦੇ ਦਫ਼ਤਰ 'ਚ ਕੀ ਕੁਛ ਹੋਇਆ। ਦੋ ਧੜੇ ਵੰਡੇ ਗਏ। ਅਕਾਲੀ ਦਲ ਤੋਂ ਕਾਂਗਰਸੀਏ ਬਣੇ, ਬੜੇ ਉੱਭ ਕੇ ਪੁਰਾਣੇ ਕਾਂਗਰਸੀਆਂ ਦੇ ਉਂਗਲਾਂ ਚੱਕ ਰਹੀ, ਅਤੇ ਫਿਰ ਗਾਲੀ ਗਲੋਚ ਹੋਇਆ। ਇੱਕ ਮਨਪ੍ਰੀਤ ਬਾਦਲ ਦਾ ਗਰੁੱਪ ਬਣ ਗਿਆ, ਇੱਕ ਰਾਜੇ ਵੜਿੰਗ ਦਾ ਬਣ ਗਿਆ, ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਕੀ ਇਹ ਮਨਪ੍ਰੀਤ ਬਾਦਲ ਹੋਰੀ ਕਿਤੇ ਪਾਰਟੀ ਨੂੰ ਅਲਵਿਦਾ ਤਾਂ ਨਹੀਂ ਕਰ ਰਹੇ ਇਹੋ ਜਿਹੇ ਮਾਹੌਲ ਪੈਦਾ ਕਰਕੇ? ਬਿਲਕੁਲ ਘਟਨਾਵਾਂ ਦੋ ਵਾਪਰੀਆਂ ਜੀ। ਇੱਕ ਦਾ ਜ਼ਿਕਰ ਤੁਸੀਂ ਕੀਤਾ ਕਿ ਕੱਲ ਕਾਂਗਰਸ ਪਾਰਟੀ ਦੇ ਦਫ਼ਤਰ ਦੇ ਵਿੱਚ ਕਾਫੀ ਹੋ ਹੱਲਾ ਹੋਇਆ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅਕਾਲੀਆਂ ਤੋਂ ਕਾਂਗਰਸੀ ਬਣੇ ਜਿਹੜੇ ਬੰਦੇ ਆ ਉਹ ਬੜੇ ਜਾਹੋ ਜਲਾਲ ਦੇ ਵਿੱਚ ਸੀ ਜੀ। ਮੈਨੂੰ ਵੀ ਕਾਫੀ ਅਫਸੋਸ ਹੋਇਆ ਜਦੋਂ ਮੈਨੂੰ ਅੱਜ ਸਵੇਰੇ ਪਤਾ ਲੱਗਿਆ ਕਿ ਸੁਰਿੰਦਰ ਸਿੰਘ ਸਾਹਨੀ ਨਾਂ ਦਾ ਇੱਕ ਕਾਂਗਰਸ ਦਾ ਬਹੁਤ ਪੁਰਾਣਾ ਵਰਕਰ ਹੈ, ਟਕਸਾਲੀ, ਉਹਦੇ ਫਾਦਰ ਵੀ ਯੂਥ ਕਾਂਗਰਸ ਦੇ ਵਿੱਚ ਉਹ ਬੰਦਾ ਆ ਕੇ ਤੇ ਇਸ ਵੇਲੇ ਉਹ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਜ਼ਿਲ੍ਹੇ ਦੀ ਲੀਡਰਸ਼ਿਪ ਦੀਆਂ ਮੂਹਰਲੀਆਂ ਸਫਾਂ ਦਾ ਬੰਦਾ ਹੈ। ਉਹਦੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਚੱਕਰ ਸ਼ਾਇਦ ਨਹੀਂ ਸੀ ਮਿਲਦੇ। ਉਹਦੇ ਫਾਦਰ ਵੈਸੇ ਤਾਂ ਉਹਨਾਂ ਦਾ ਨਾਂ ਇੰਦਰਜੀਤ ਸਿੰਘ ਸੀ, ਲੇਕਿਨ ਲੋਕਾਂ ਦੇ ਵਿੱਚ ਉਹ ਇੰਦਰ ਸਿੰਘ ਸਾਹਨੀ ਵਜੋਂ ਮਕਬੂਲ ਸੀ। ਮੈਂ ਦਾਨੇਵਾਲੀਆ ਸਾਹਿਬ ਜਦੋਂ ਦੀ ਸੁਰਤ ਸੰਭਾਲੀ ਹੈ ਉਦੋਂ ਤੋਂ ਮੈਂ ਇੰਦਰ ਸਿੰਘ ਸਾਹਨੀ ਨੂੰ ਇੱਥੇ ਦੇਖਦਾ ਰਿਹਾ ਜੀ। ਬੰਦੇ 3 ਸੀ ਬਠਿੰਡੇ ਦੇ ਵਿੱਚ ਜੀ, ਜਿਨ੍ਹਾਂ ਨੇ ਮਰਨ ਵੇਲੇ ਤੱਕ ਖੱਦਰ ਨਹੀਂ ਸੀ ਲਾਹਿਆ ਜੀ। ਉਹਨਾਂ ਦੇ ਵਿੱਚੋਂ ਇੱਕ ਇੰਦਰ ਸਿੰਘ ਸਾਹਨੀ ਸੀ, ਦੂਜੇ ਸੀ ਡਾਕਟਰ ਭਗਤ ਸਿੰਘ ਧਾਲੀਵਾਲ, ਬਿਲਕੁਲ, ਤੇ ਤੀਜੇ ਸੀ ਸਰਦਾਰ ਗੁਰਨਾਮ ਸਿੰਘ ਸੇਮਾ ਸਾਹਿਬ। ਤੇ ਮੇਰੇ ਉਹ ਵੀ ਦਿਨ ਯਾਦ ਆ ਜਦੋਂ ਗੁਰਨਾਮ ਸਿੰਘ ਸੇਮਾ ਨੇ ਆਪਣਾ ਸਰੀਰ ਛੱਡਿਆ, ਉਹਨਾਂ ਦੀ ਮੌਤ ਹੋਈ ਹੈ ਤੇ ਸੰਸਕਾਰ ਤੇ ਗਏ, ਕਿਉਂਕਿ ਮੇਰੇ ਵੀ ਉਹਨਾਂ ਨਾਲ ਪਰਿਵਾਰਕ ਰਿਸ਼ਤੇ ਹੈ ਜੀ। ਤੇ ਉੱਥੇ ਮਤਲਬ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਕਿਸੇ ਹੋਰ ਨੇ ਨਹੀਂ ਲਾਏ ਸੀ, ਕਿਉਂਕਿ ਸੇਮਾ ਸਾਹਿਬ ਦਾ ਬੇਟਾ ਅਕਾਲੀ ਦਲ ਚਲਾ ਗਿਆ ਸੀ ਜੀ, ਉਹ ਕਾਂਗਰਸ ਦੇ ਵਿੱਚ ਸੀ। ਉਹਨਾਂ ਦੇ ਸਨ-ਇਨ-ਲਾ ਕਾਂਗਰਸ ਦੇ ਵਿੱਚ ਹੈ, ਉਹ ਵੀ ਹੁਣ ਪਰਿਵਾਰ ਦੇ ਵਿੱਚ ਸਨ-ਇਨ-ਲਾ ਵਾਸਤੇ ਵੀ ਬੜੀ ਮੁਸ਼ਕਿਲ ਗੱਲ ਹੋ ਜਾਂਦੀ ਹੈ। ਕਰਮ ਸਿੰਘ ਚੌਹਾਨ ਵਾਸਤੇ ਵੀ ਉਹ ਜਿੰਦਾਬਾਦ ਦੇ ਨਾਅਰੇ ਲਾਵੇ। ਤੇ ਜਦੋਂ ਡੈੱਡ ਬੋਡੀ ਚੁੱਕਣ ਲੱਗੇ ਸੀ ਜੀ, ਉਦੋਂ ਕਿਹਾ ਰੁਕੋ ਇੱਕ ਮਿੰਟ, ਤਿਰੰਗਾ ਝੰਡਾ ਇੰਦਰ ਸਿੰਘ ਸਾਹਨੀ ਨੇ ਪਾਇਆ ਤੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਲਾਏ। ਹੁਣ ਉਹਦਾ ਮੁੰਡਾ ਕੱਲ੍ਹ ਜਦੋਂ ਕਾਂਗਰਸ ਪਾਰਟੀ ਦੀ ਮੀਟਿੰਗ ਦੇ ਵਿੱਚ ਗਿਆ ਤੇ ਉਹਨੂੰ ਬਾਹਰ ਕੱਢਤਾ। ਅੱਛਾ ਜੀ। ਉਹਨੂੰ ਕਹਿੰਦੇ ਇਸ ਬੰਦੇ ਨੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ। ਮੇਰਾ ਖਿਆਲ ਆਮ ਆਦਮੀ ਪਾਰਟੀ ਦੀ ਮਦਦ ਉਹਨੇ ਕੀਤੀ ਹੈ ਜਾਂ ਨਹੀਂ ਕੀਤੀ ਇਹ ਤਾਂ ਨਹੀਂ ਮੈਨੂੰ ਪਤਾ, ਪਰ ਜੇ ਆਪਾਂ ਕਾਂਗਰਸ ਪਾਰਟੀ ਦੇ ਵੋਟ ਬੈਂਕ ਨੂੰ ਦੇਖੀਏ, ਕਿੰਨੀ ਵੋਟ ਪਈ ਹੈ ਜੀ? ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਮਾਨਤ ਜ਼ਬਤ ਹੁੰਦੀ ਮਸਾਂ ਬਚੀ ਹੈ।
ਪਿਛਲੀ ਵਾਰੀ ਉਹ 63000 ਵੋਟਾਂ ਦੇ ਫਰਕ ਨਾਲ 63000 ਕੋਈ ਵੋਟਾਂ ਨਾਲ ਲੈ ਕੇ ਜਿੱਤੇ ਲੈ ਕੇ ਜਿੱਤਿਆ ਸੀ। ਐਤਕੀ 63000 ਵੋਟਾਂ ਦੇ ਫਰਕ ਨਾਲ ਹਾਰਿਆ ਹਾਰਿਆ। ਤੇ ਜਿਹੜੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ, ਆਮ ਆਦਮੀ ਪਾਰਟੀ ਦੇ ਤਾਂ ਅਜੇ ਤੱਕ ਕਿਤੇ ਪਾਰਟੀ ਬਣੀ ਨਹੀਂ ਹੋ, ਬਣੀ ਨਹੀਂ। ਜਿਹੜੀਆਂ ਉਹਨੂੰ ਵੋਟਾਂ ਪਈਆਂ ਉਹ ਵੋਟਾਂ ਵੀ ਕਾਂਗਰਸੀਆਂ ਦੀਆਂ। ਮੋਰ ਓਵਰ ਕੈਂਡੀਡੇਟ ਜਿਹੜਾ ਆਮ ਆਦਮੀ ਪਾਰਟੀ ਦਾ ਸਰਦਾਰ ਜਗਰੂਪ ਸਿੰਘ ਗਿੱਲ ਉਹਦਾ ਹੈ, ਟਕਸਾਲੀ ਕਾਂਗਰਸੀ ਸੀ। ਉਹ ਟਕਸਾਲੀ ਕਾਂਗਰਸੀ ਸੀ। ਉਸ ਬੰਦੇ ਨੂੰ ਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਿਸੇ ਨੇ ਪਹੁੰਚਾਇਆ ਹੈ ਤਾਂ ਜਗਰੂਪ ਸਿੰਘ ਗਿੱਲ ਕਹਿੰਦਾ ਕਿ ਸਵੇਰੇ ਉੱਠ ਕੇ ਮੈਂ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਲੈਣਾ, ਧੰਨਵਾਦ ਕਰਦਾ ਕਿ ਮੈਨੂੰ ਹੁਣੇ ਵਿਧਾਨ ਸਭਾ 'ਚ ਪਹੁੰਚਾਤਾ। ਮੈਂ ਤਾਂ ਕਦੇ ਕਿਉਂਕਿ ਜਗਰੂਪ ਸਿੰਘ ਗਿੱਲ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫਾ ਦਵਾ ਕੇ ਨਗਰ ਨਿਗਮ ਦੀ ਚੋਣ ਲੜਨ ਲਈ ਮਜਬੂਰ ਕੀਤਾ ਜੀ। ਇਹ ਕਹਿ ਕੇ ਸਾਡੇ ਕੋਲੇ ਕੋਈ ਚਿਹਰਾ ਨਹੀਂ ਜਿਹਨੂੰ ਅਸੀਂ ਬਤੌਰ ਮੇਅਰ ਪੇਸ਼ ਕਰ ਸਕੀਏ, ਤੁਸੀਂ ਆਓ। ਉਹਨੇ ਆ ਕੇ ਚੋਣ ਲੜ ਲਈ ਤੇ ਬਾਅਦ ਦੇ ਵਿੱਚ ਜਦੋਂ ਮੇਅਰ ਦੀ ਚੋਣ ਦਾ ਮੌਕਾ ਆਇਆ ਉਦੋਂ ਜਗਰੂਪ ਸਿੰਘ ਗਿੱਲ ਨੂੰ ਪੁੱਛਿਆ ਨਹੀਂ, ਚਰਨਜੀਤ ਸਿੰਘ ਚੰਨੀ ਨੂੰ ਇੱਥੇ ਬੁਲਾਇਆ ਤੇ ਇੱਕ ਉਸ ਬੀਬੀ ਨੂੰ ਜੀ ਚੱਕ ਕੇ ਮੇਅਰ ਬਣਾਤਾ ਜਿਹਦਾ ਘਰ ਵਾਲਾ ਕੁਝ ਸਮਾਂ ਪਹਿਲਾਂ ਤੱਕ ਅਕਾਲੀ ਦਲ ਨਾਲ ਹੁੰਦਾ ਸੀ। ਸੋ ਜੋ ਕੁਝ ਕੱਲ ਉੱਥੇ ਹੋਇਆ ਹੈ ਜੀ, ਉਹਦੇ ਵਿੱਚ ਹੈ ਕਿ ਬਿਲਕੁਲ ਇੱਕ ਪਾਸੇ ਮਨਪ੍ਰੀਤ ਬਾਦਲ ਤੇ ਬਾਕੀ ਦੂਜੇ ਪਾਸੇ ਜੀ, ਇੱਕ ਪਾਸੇ ਮਨਪ੍ਰੀਤ ਸਿੰਘ ਬਾਦਲ ਦਾ ਧੜਾ ਤੇ ਦੂਜੇ ਪਾਸੇ ਇਹਨੂੰ ਰਾਜੇ ਵੜਿੰਗ ਦਾ ਧੜਾ ਨਹੀਂ ਕਹਿ ਸਕਦੇ, ਉਹਨੂੰ ਕਹਾਂਗੇ ਕਾਂਗਰਸ ਦਾ ਧੜਾ ਜੀ। ਕਿਉਂਕਿ ਜਿਹੜੇ ਕਾਉਂਸਲਰ ਹੈ, ਜਿਹਨਾਂ ਕਾਉਂਸਲਰਾਂ ਨੂੰ ਬੁਲਾਇਆ ਸੀ, ਉਹਨਾਂ ਕਾਉਂਸਲਰਾਂ ਦੇ ਵਿੱਚ ਕਈ ਕਾਉਂਸਲਰ ਉਹ ਹੈ ਜਿਹੜੇ ਲੀਡ ਕਰਦੇ ਆ, ਜਿਹੜੇ ਅਕਾਲੀ ਦਲ ਚੋਂ ਆਏ। ਜੀ ਹਾਂ, ਡਿਪਟੀ ਮੇਅਰ ਹੈਗੇ ਮਿਸਟਰ ਅਸ਼ੋਕ ਕੁਮਾਰ ਪ੍ਰਧਾਨ ਕਹਿ ਦਿੰਦੇ, ਉਹ ਬੰਦਾ ਟਕਸਾਲੀ ਕਾਂਗਰਸੀ ਹੈ। ਬਿਲਕੁਲ। ਉਹਨੂੰ ਅਸੀਂ ਟਕਸਾਲੀ ਕਾਂਗਰਸੀ ਕਹਾਂਗੇ। ਮੇਅਰ ਟਕਸਾਲੀ ਕਾਂਗਰਸੀ ਨਹੀਂ ਹੈ, ਮੇਅਰ ਤਾਂ ਨਵੇਂ ਸੀ। ਬਾਕੀ ਜਿਹੜੇ ਡਿਪਟੀ ਮੇਅਰ ਵਗੈਰਾ ਹੋਰ ਹੈਗੇ ਉਹ ਵੀ ਹੈ। ਸੀਨੀਅਰ ਡਿਪਟੀ ਮੇਅਰ ਜਿਹੜਾ ਕੱਲਾ ਅਸ਼ੋਕ ਕੁਮਾਰ ਹੈਗਾ ਉਹ ਟਕਸਾਲੀ ਹੈ। ਇੱਕ ਤਾਂ ਇਹ ਕਹਾਣੀ। ਦੂਜੀ ਕਹਾਣੀ ਤੁਸੀਂ ਦੇਖਿਆ ਹੋਣਾ ਕਿ ਮਨਪ੍ਰੀਤ ਸਿੰਘ ਬਾਦਲ ਸ਼ਾਇਦ ਵਿਦੇਸ਼ ਤੋਂ ਆ ਗਏ, ਹੁਣ ਉਹ ਵਿਦੇਸ਼ ਚਲੇ ਗਏ ਸੀ ਚੋਣਾਂ ਤੋਂ ਬਾਅਦ, ਇਸੇ ਕਰਕੇ ਬਹੁਤਾ ਉਹਨਾਂ ਦਾ ਨਾਂ ਵਗੈਰਾ ਨਹੀਂ ਆ ਰਿਹਾ। ਲੇਕਿਨ ਕੱਲ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੈ ਸਰਦਾਰ ਜੈਜੀਤ ਸਿੰਘ ਜੌਹਲ, ਉਹਨਾਂ ਦੀ ਇੱਕ ਪੋਸਟ ਦੀ ਬੜੀ ਚਰਚਾ ਹੋਈ। ਉਹਨਾਂ ਨੇ ਪੋਸਟ ਪਾਇਆ ਕਿ ਜਿਹੜੀ ਤੁਹਾਡੀ ਉਦੈਪੁਰ ਜਿਹੜੀ ਚਿੰਤਨ ਮਿਸ਼ਨ ਹੋਇਆ ਹੈ ਉਹਦੇ ਵਿੱਚ ਚਿੰਤਾ ਕਰਨੀ ਚਾਹੀਦੀ ਸੀ, ਇਹ ਮੰਥਨ ਕਰਨਾ ਚਾਹੀਦਾ ਸੀ ਕਿ ਜਿਨ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਦੀ ਮੁਖਾਲਫਤ ਕੀਤੀ ਹੈ ਉਹਨਾਂ ਨੂੰ ਕਿਵੇਂ ਡੀਲ ਕੀਤਾ ਜਾਵੇ। ਪਰ ਕਹਿੰਦੇ ਵੀ ਇੱਥੇ ਤਾਂ ਸਥਿਤੀ ਹੋਰ ਹੋ ਗਈ ਕਿ ਜਿਹੜੇ ਬੰਦੇ ਕਾਂਗਰਸ ਪਾਰਟੀ ਦੀ ਮੁਖਾਲਫਤ ਕਰਦੇ ਆ ਉਹਨਾਂ ਨੂੰ ਉੱਚੀਆਂ ਕੁਰਸੀਆਂ ਮਿਲ ਜਾਂਦੀਆਂ। ਉਹਨਾਂ ਦਾ ਕਹਿਣ ਤੋਂ ਭਾਵ ਇਹ ਸੀ ਜਿਹੜੀ ਉਹਨਾਂ ਦੀ ਪੋਸਟ ਸੀ ਜੀ। ਤੇ ਜਦੋਂ ਉੱਚੀਆਂ ਕੁਰਸੀਆਂ ਦੀ ਗੱਲ ਕਰਦੇ ਤੇ ਉਹਨਾਂ ਨੇ ਫਿਰ ਗੱਲ ਕੀਤੀ ਦੋ ਬੰਦਿਆਂ ਦੀ ਜੀ। ਇੱਕ ਤਾਂ ਉਹਨਾਂ ਨੇ ਗੱਲ ਕੀਤੀ ਰਾਜਾ ਵੜਿੰਗ ਦੀ ਕਿ ਰਾਜਾ ਵੜਿੰਗ ਨੇ ਮਨਪ੍ਰੀਤ ਸਿੰਘ ਬਾਦਲ ਦੀ ਮੁਖਾਲਫਤ ਕੀਤੀ। ਮੈਂ ਅੱਜ ਇੱਕ ਟੀਵੀ ਚੈਨਲ ਦੇ ਉੱਤੇ, ਆਪਣਾ ਡਿਜੀਟਲ ਟੀਵੀ ਚੈਨਲ ਹੀ ਸੁਣ ਰਿਹਾ ਸੀ, ਸਾਡੇ ਇੱਕ ਸੱਜਣ ਨੂੰ ਮਿੱਤਰ ਆ ਮੇਰੇ, ਉਹ ਬੜੇ ਕਹਿ ਰਹੇ ਸੀ ਜੀ ਉਹਨੇ ਰਾਜਾ ਵੜਿੰਗ ਨੇ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਨਹੀਂ ਲਿਆ। ਨਾਂ ਲੈਣਾ ਜ਼ਰੂਰੀ ਨਹੀਂ ਹੁੰਦਾ। ਉਹ ਕਹਿੰਦੇ ਮੈਂ ਤਾਂ ਇਹ ਸੁਣ ਰਿਹਾ ਸੀ ਕਿ ਉਹ ਕਹਿੰਦਾ ਜੀ ਬਾਦਲਾਂ ਨੂੰ ਹਰਾ ਦਿਓ। ਨਹੀਂ, ਮੈਂ ਦਰੁਸਤ ਕਰਦਾ ਆਪਣੇ ਸੱਜਣ ਨੂੰ, ਆਪਣੇ ਮਿੱਤਰ ਨੂੰ। ਜਿਹੜੀ ਲਾਸਟ ਉਹਦੀ ਵੀਡੀਓ ਆਈ ਹੈ ਇਲੈਕਸ਼ਨਾਂ ਤੋਂ 2 ਦਿਨ ਪਹਿਲਾਂ, ਉਹਦੇ ਵਿੱਚ ਰਾਜਾ ਵੜਿੰਗ ਬਾਂਹ ਖੜੀ ਕਰਕੇ ਕਹਿੰਦਾ ਬਾਦਲ ਨਾ ਜਿੱਤਣਾ, ਹਰਾ ਦਿਓ ਇਹਨਾਂ ਨੂੰ ਰਗੜ ਕੇ ਰੱਖ ਦਿਓ, ਬਠਿੰਡੇ ਤੋਂ ਲੈ ਕੇ ਜਲਾਲਾਬਾਦ ਤੱਕ। ਬਠਿੰਡਾ ਤੋਂ ਕੌਣ ਖੜਾ ਸੀ ਜੀ? ਸੁਖਬੀਰ ਬਾਦਲ ਤਾਂ ਨਹੀਂ ਖੜਾ, ਬਠਿੰਡਾ ਤੋਂ ਤਾਂ ਮਨਪ੍ਰੀਤ ਸਿੰਘ ਬਾਦਲ ਖੜਾ ਸੀ। ਉਹਨੇ ਬਾਦਲ ਦਾ ਨਾਂ ਨਹੀਂ ਲਿਆ ਤੇ ਕਸਰ ਕੋਈ ਛੱਡੀ ਨਹੀਂ। ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਖੜਾ ਸੀ, ਉੱਥੋਂ ਤੱਕ ਵਿਚਕਾਰ ਬਾਜੀ ਖੜੇ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਿਚਾਲੇ ਜੀ ਆਗੇ ਲੰਬੀ ਤੋਂ। ਇਹ ਗੱਲ ਉਹਨੇ ਡਟ ਕੇ ਮੁਖਾਲਫਤ ਕੀਤੀ ਹੈ। ਕਿਉਂ ਕੀਤੀ ਹੈ ਇਹਦਾ ਵੀ ਉਹਦੇ ਕੋਲ ਤਰਕ ਹੈ। ਉਹ ਦੱਸਦਾ ਸੀ ਕਿ ਜਿਹੜੇ ਬੰਦੇ ਮਨਪ੍ਰੀਤ ਸਿੰਘ ਬਾਦਲ ਦੀ ਇੱਥੇ ਦਿਨੇ ਮਦਦ ਕਰਦੇ ਹੈ, ਰਾਤ ਨੂੰ ਉਹ ਗਿੱਦੜਬਾਹਾ ਦੇ ਵਿੱਚ ਡਿੰਪੀ ਦੀ ਕਰਦੇ ਸੀ, ਮੇਰੀ ਮੁਖਾਲਫਤ ਕਰਦੇ ਸੀ। ਉਹ ਕਹਿੰਦਾ ਵੀ ਗੱਲ ਇਹ ਹੈ ਕਿ ਮੈਂ ਹਜਮ ਨਹੀਂ ਹੁੰਦਾ ਸੀ। ਮੇਰੀ ਜਿਹੜੀ ਹੈਗੀ ਹੈ ਮਕਬੂਲੀਅਤ, ਮੇਰੀ ਜਿਹੜੀ ਪ੍ਰਸਿੱਧੀ ਹੈ, ਜਿਹੜੀ ਮੇਰੀ ਮਸ਼ਹੂਰੀ ਹੈ, ਉਹ ਬਾਦਲ ਪਰਿਵਾਰ ਨੂੰ ਹਜਮ ਨਹੀਂ ਹੁੰਦੀ ਸੀ। 2012 ਦੇ ਵਿੱਚ ਵੀ ਬਾਦਲ ਪਰਿਵਾਰ ਨੂੰ ਕਿਹਨੇ ਹਰਾਇਆ ਸੀਗਾ ਜੀ? ਮਨਪ੍ਰੀਤ ਸਿੰਘ ਬਾਦਲ ਨੂੰ ਰਾਜੇ ਵੜਿੰਗ ਨੇ ਹਰਾਇਆ ਸੀ। 17 ਦੇ ਵਿੱਚ ਡਿੰਪੀ ਹਰਾਤਾ। 22 ਦੇ ਵਿੱਚ ਫਿਰ ਚੋਣਾਂ ਹੁੰਦੀਆਂ ਤੇ ਫਿਰ ਸਾਰਾ ਟੱਬਰ ਇਸ ਗੱਲ ਦੇ ਉੱਤੇ ਕਿ ਰਾਜੇ ਨੂੰ ਉਗਰ ਦੀ ਕਰੰਟ ਕਰ ਦਿਓ। ਕਹਿ ਰਹੇ ਉਗਰ ਹੀ ਨਹੀਂ ਸੀ, ਨਰਮੇ ਵਾਂਗੂ ਬੀਜੇ ਤੋਂ ਹੀ ਕਰੰਟ ਕਰ ਦਿਓ। ਹਾਂ, ਉਹ ਪਰ ਗੱਲ ਵੀ ਉਦੋਂ ਤੱਕ ਤਾਂ ਫੁੱਲ ਆ ਗਏ ਸੀ, ਨਰਮੇ ਦੇ ਬੂਟੇ ਨੂੰ ਫੁੱਲ ਆ ਗਏ ਸੀ। ਤੇ ਰਾਜਾ ਤਾਂ ਇਹ ਵੀ ਮਾਲਵੇ ਚੋਂ ਇਕੱਲਾ ਹੀ ਜਿੱਤਿਆ ਤੇ ਉਹ ਸੂਬੇ ਦੀ ਕਾਂਗਰਸ ਦਾ ਪ੍ਰਧਾਨ ਬਣ ਗਿਆ। ਇੱਕ ਤਾਂ ਕਹਿੰਦੇ ਜੀ ਉਹਦੀ ਗੱਲ। ਦੂਜੀ ਗੱਲ ਉਹਨਾਂ ਨੇ ਕਹੀ ਭਾਰਤ ਭੂਸ਼ਣ ਆਸ਼ੂ ਦੀ ਜੀ, ਕਿ ਜੀ ਭਾਰਤ ਭੂਸ਼ਣ ਆਸ਼ੂ ਨੂੰ ਵਰਕਿੰਗ ਪ੍ਰੈਜ਼ੀਡੈਂਟ ਲਾਤਾ। ਉਹ ਵੀ ਕਹਿੰਦੇ ਬੰਦਾ ਉਹੀ ਹੈ ਜਿਹੜੇ ਬੰਦੇ ਨੇ ਕਹਿੰਦੇ ਮਨਪ੍ਰੀਤ ਦੀ ਮੁਖਾਲਫਤ ਕੀਤੀ ਸੀ। ਉਹ ਸੱਜਣ ਕਹਿੰਦੇ ਜੀ ਮੈਨੂੰ ਨਹੀਂ ਉਹਦਾ ਪਤਾ, ਮੈਂ ਦੱਸਦਾ ਉਹਨੇ ਕੀ ਕਿਹਾ ਸੀ।
ਇੱਕ ਟੀਚਰ ਮੁੰਡਾ ਉਹਦੇ ਨਾਲ ਟੈਲੀਫੋਨ ਤੇ ਗੱਲ ਕਰ ਰਿਹਾ ਹੈ ਜੀ ਰਿਕਾਰਡਿੰਗ ਤੇ ਉਹਨੇ ਆਪਦਾ ਫੋਨ ਲਾਇਆ ਹੋਇਆ ਹੈ। ਉਹ ਕਹਿੰਦਾ ਆਸ਼ੂ ਜੀ ਆ ਜਿਹੜੇ ਕੱਚੇ ਅਧਿਆਪਕ ਹੈ ਇਹਨਾਂ ਨੂੰ ਪੱਕੇ ਕਰ ਦਿਓ, ਆਪਣਾ ਵੋਟ ਬੈਂਕ ਹੈ ਤੇ ਜੇ ਤੁਸੀਂ ਇਹਨਾਂ ਨੂੰ ਪੱਕੇ ਨਾ ਕੀਤੇ ਤੇ ਤੁਹਾਨੂੰ ਖਮਿਆਜਾ ਭੁਗਤਣਾ ਪੈਣਾ। ਸਾਰੇ ਕੱਚੇ ਮੁਲਾਜ਼ਮਾਂ ਨੇ ਤੁਹਾਡੀ ਕਰਨੀ ਹੈ ਮੁਖਾਲਫਤ, ਜੀ ਤੁਸੀਂ ਹਾਰ ਜਾਓਗੇ। ਤੇ ਫਿਰ ਆਸ਼ੂ ਕੀ ਕਹਿੰਦਾ, ਉਹ ਕਹਿੰਦਾ ਯਾਰ ਜਿਹੜਾ ਪੈਰ ਨਹੀਂ ਲੱਗਣ ਦੇ ਰਿਹਾ, ਹਾਂ ਤੁਸੀਂ ਜਾਓ ਬਠਿੰਡੇ ਹਾਂ ਜਿਹਨੇ ਗੜਬੜ ਕੀਤੀ ਉਹਨੂੰ ਹਰਾਓ, ਸਾਡੀ ਮੰਜੀ ਕੋ ਠੋਕੋ, ਉਹਦੀ ਠੋਕੋ। ਉਹਨੇ ਕਿਹਾ ਹੈ। ਅੱਜ ਪੱਤਰਕਾਰਾਂ ਨੇ ਪੁੱਛ ਲਿਆ ਜੀ ਆਸ਼ੂ ਸਾਹਿਬ ਨੂੰ ਕਿ ਆਸ਼ੂ ਜੀ ਤੁਹਾਡੇ ਬਾਰੇ ਇਹ ਗੱਲ ਕਹੀ ਆ। ਉਹ ਕਹਿੰਦਾ ਵੀ ਪਹਿਲੀ ਗੱਲ ਤਾਂ ਵੀ ਮਨਪ੍ਰੀਤ ਸਿੰਘ ਬਾਦਲ ਗੱਲ ਕਵੇ ਤੇ ਜਵਾਬ ਦੇ ਦਿਆਂਗੇ ਜੀ। ਜੈਜੀਤ ਸਿੰਘ ਜੌਹਲ ਤਾਂ ਕਹਿੰਦਾ ਸਾਡਾ ਪਾਰਟੀ ਦਾ ਪ੍ਰਾਇਮਰੀ ਮੈਂਬਰ ਵੀ ਹੈ ਨਹੀਂ ਤੇ ਜੈਜੀਤ ਸਿੰਘ ਜੌਹਲ ਇਹ ਗੱਲ ਕਹਿੰਦਾ ਸੀ, ਕਹਿੰਦਾ ਜੀ ਜੇ ਸਾਡੇ ਵਰਗੇ ਬੰਦੇ ਫਿਰ ਕਾਂਗਰਸ ਪਾਰਟੀ ਵਾਸਤੇ ਕੰਮ ਕਿਵੇਂ ਕਰਨਗੇ, ਉਹਦਾ ਬੰਦਾ ਹੀ ਨਹੀਂ ਸਾਡਾ ਤਾਂ ਇਹ। ਹਾਂ ਜਿਹੜਾ ਬੰਦਾ ਕਾਂਗਰਸ ਪਾਰਟੀ ਦਾ ਪ੍ਰਾਇਮਰੀ ਮੈਂਬਰ ਹੀ ਹੈ ਨਹੀਂ, ਉਹਨੂੰ ਕਾਂਗਰਸ ਪਾਰਟੀ ਬਾਰੇ ਗੱਲ ਕਰਨ ਦੀ ਅਧਿਕਾਰ ਨਹੀਂ ਹੈ। ਹਾਂ ਇਹ ਗੱਲ ਜ਼ਰੂਰ ਹੈ ਕਿ ਜੇ ਜੋ ਜੈਜੀਤ ਸਿੰਘ ਜੌਹਲ ਬੋਲਦਾ ਹੈ ਉਹ ਨਹੀਂ ਬੋਲਦਾ ਮਨਪ੍ਰੀਤ ਸਿੰਘ ਬਾਦਲ ਮੂੰਹ ਉਹਦਾ ਹੈ ਤੇ ਮਗਰ ਜਿਹੜਾ ਹੈਗਾ ਬ੍ਰੇਨ ਉਹ ਮਨਪ੍ਰੀਤ ਸਿੰਘ ਬਾਦਲ ਦਾ ਹੈ। ਕਾਰਨ ਕਿ ਉਹਨੇ ਇੱਕ ਗੱਲ ਕਹੀ ਕਿ ਜੇ ਕੋਈ ਮਾੜੀ ਮੋਟੀ ਗੱਲ ਕਹਿ ਦਿੱਤੀ ਜਾਖੜ ਨੇ ਤੇ ਜਾਖੜ ਨੂੰ ਨੋਟਿਸ, ਰਾਜੇ ਨੂੰ ਕਿਉਂ ਨਹੀਂ? ਜੇ ਜਾਖੜ ਨੂੰ ਨੋਟਿਸ ਹੁਣ ਚੁੱਭਦਾ ਹੈ, ਜਾਖੜ ਦਾ ਨੋਟਿਸ ਜਿਹੜਾ ਜਾਖੜ ਨੂੰ ਨੋਟਿਸ ਦਿੱਤਾ ਕਾਂਗਰਸ ਪਾਰਟੀ ਨੇ, ਜਿਹਦਾ ਉਹਨੇ ਜਵਾਬ ਹੀ ਨਹੀਂ ਦਿੱਤਾ ਤੇ ਉਹਨੇ ਗੁੱਡ ਬਾਏ ਕਾਂਗਰਸ ਕਹਿ ਦਿੱਤੀ, ਉਹਦਾ ਜੇ ਅਹਿਸਾਸ ਹੁਣ ਹੁੰਦਾ ਹੈ ਤਾਂ ਫਿਰ ਇਹ ਅਹਿਸਾਸ ਤਾਂ ਉਦੋਂ ਵੀ ਹੋਣਾ ਚਾਹੀਦਾ ਸੀ ਜਦੋਂ ਕਹਿੰਦੇ ਸੀ ਜੀ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਮੋੜੀ ਨਹੀਂ ਸੀ ਮਨਪ੍ਰੀਤ ਸਿੰਘ ਬਾਦਲ। ਨਾ ਬਿਲਕੁਲ ਨਹੀਂ ਸੀ ਮੋੜੀ। ਜੋ ਮਨਪ੍ਰੀਤ ਸਿੰਘ ਬਾਦਲ ਕਹਿੰਦਾ ਸੀ ਉਹ ਹੁੰਦਾ ਸੀ। ਜਿਹੜੇ ਅਫਸਰ ਨੂੰ ਮਨਪ੍ਰੀਤ ਸਿੰਘ ਬਾਦਲ ਲਾ ਲੈਂਦਾ ਸੀ ਲੱਗ ਜਾਂਦਾ ਸੀ ਜੀ, ਜਿਹਨੂੰ ਬਦਲ ਦਿੰਦਾ ਸੀ ਬਦਲਿਆ ਜਾਂਦਾ ਸੀ। ਇੱਕ ਬੰਦੇ ਨੂੰ ਤਿੰਨ ਉਹਦੇ ਵੀ ਮਿਲੇ ਆ। ਹੌਲਦਾਰ ਤਾਂ ਐਸਐਚਓ ਲਾ ਕੇ ਰੱਖੇ ਕੱਚੇ ਹੌਲਦਾਰਾਂ ਨੂੰ ਪੱਕੇ ਹੌਲਦਾਰ ਬਣਾ ਕੇ ਐਡੀਸ਼ਨਲ ਐਸਐਚਓ ਲਾ ਕੇ ਤੇ ਉਹਨਾਂ ਨੂੰ ਐਸਐਚਓ ਦੀਆਂ ਗੱਡੀਆਂ ਦੇ ਦਿੱਤੀਆਂ ਤੇ ਐਸਐਚਓ ਦੀ ਕੁਰਸੀ ਤੇ ਬਿਠਾ ਦਿੱਤਾ। ਜਿਹੜਾ ਅਸਲ ਐਸਐਚਓ ਸੀ ਉਹ ਬਾਹਰ ਬੈਠਦਾ ਸੀ। ਉਹ ਨਹੀਂ ਉਹਨੂੰ ਕੱਲਾ ਇਹੀ ਨਾਲ ਉਹਨੂੰ ਇਖਤਿਆਰ ਦਿੱਤਾ ਸੀ ਕਿ ਆਲੇ ਦੁਆਲੇ ਐਸਐਸਪੀ ਕਿਹੜੇ ਲਾਉਣੇ ਉਹਦੀ ਸਿਲੈਕਸ਼ਨ ਤੂੰ ਕਰਨੀ ਹੈ। ਐਸਐਚਓ ਸੌਰੀ ਹਾਂ ਐਸਐਚਓ ਨਹੀਂ ਐਸਐਸਪੀ ਵੀ ਕਿਹੜੇ ਲਾਉਣੇ ਹੈ। ਅੱਛਾ ਠੀਕ ਹੈ। ਐਸਐਸਪੀ ਵੀ ਉਹਦੇ ਨਾਲ ਹੀ ਲੱਗਦੇ ਹੁੰਦੇ ਸੀ। ਅੱਛਾ ਜਿਹਦਾ ਤੁਸੀਂ ਜ਼ਿਕਰ ਕਰਦੇ ਹੋ ਉਹ ਤਾਂ ਕਹਿੰਦਾ ਵੀ ਐਸਐਸਪੀ ਜੀ ਨੇ ਲੱਗਣਾ ਤੇ ਗੱਲ ਕਰੋ। ਇਹ ਸਾਰਾ ਕੁਝ ਹੁੰਦਾ ਰਿਹਾ ਤੇ ਜਦੋਂ ਅਮਰਿੰਦਰ ਸਿੰਘ ਨੂੰ ਬੇਆਬਰੂ ਕਰਕੇ ਕੱਢਿਆ ਉਦੋਂ ਮਨਪ੍ਰੀਤ ਸਿੰਘ ਬੋਲਿਆ ਨਹੀਂ ਨਾ। ਤੇ ਜਦੋਂ ਸੁਨੀਲ ਕੁਮਾਰ ਜਾਖੜ ਨੂੰ 42 ਬੰਦੇ ਨੇ ਕਿਹਾ ਸੀ ਵੋਟਾਂ ਪਾਈਆਂ ਵੀ ਇਹਨੂੰ ਮੁੱਖ ਮੰਤਰੀ ਬਣਾ ਦੇ, ਉਦੋਂ ਨਹੀਂ ਬੋਲਿਆ। ਤੇ ਜਦੋਂ ਸੁੱਖੀ ਰੰਧਾਵੇ ਦਾ ਨਾਂ ਆਇਆ ਸੀ ਉਦੋਂ ਨਹੀਂ ਬੋਲਿਆ। ਜਦੋਂ ਨਵਜੋਤ ਸਿੱਧੂ ਦੀ ਗੱਲ ਆਉਂਦੀ ਸੀ ਉਦੋਂ ਨਹੀਂ ਬੋਲਿਆ। ਵੱਡੀ ਗੱਲ ਇਹ ਆਉਂਦੀ ਹੈ ਕਿ ਜਿਹੜੀਆਂ 2 ਵੋਟਾਂ ਪਈਆਂ ਹੈ ਆਪਣੇ ਨੂੰ ਚੰਨੀ ਨੂੰ ਜੀ, ਇੱਕ ਤਾਂ ਚੰਨੀ ਦੀ ਆਪਦੀ ਹੋ ਗਈ, ਦੂਜੀ ਕਿਹਦੀ ਹੋ ਗਈ? ਮੇਰੇ ਖਿਆਲ ਮੁਤਾਬਕ ਮਨਪ੍ਰੀਤ ਬਾਦਲ ਦੀ। ਤਾਂਗੇ ਕਹਿੰਦੇ ਸੀ ਨਾ ਨਾਲ ਤਾਂ ਤਾਂਗੇ ਬੰਦੇ ਸੀ ਹਰੇਕ ਬਿਲਕੁਲ ਤੇ ਹੁਣ ਚੰਨੀ ਵੀ ਨਹੀਂ ਬੋਲਦਾ, ਉਹ ਵੀ ਚੁੱਪ ਹੈ ਕਿਉਂਕਿ ਉਹ ਭਾਣਜੇ ਵਾਲੀ ਗੱਲ ਵੀ ਆ ਕਹਿਤੀ ਹੈ ਜਾਖੜ ਸਾਹਿਬ ਨੇ ਕਿ ਜੀ ਜਿਨ੍ਹਾਂ ਦੇ ਘਰੋਂ 10-10 ਕਰੋੜ ਰੁਪਇਆ ਰਿਸ਼ਤੇਦਾਰਾਂ ਦੇ ਉਹ ਮਿਲ ਗਿਆ ਉਹਨਾਂ ਨੂੰ ਚਿਹਰਾ ਬਣਾਇਆ ਤੁਸੀਂ ਮੁੱਖ ਮੰਤਰੀ ਦਾ। ਤੇ ਪੰਜਾਬ ਦੇ ਵਿੱਚ ਤਾਂ ਚੋਣਾਂ ਕਹਿੰਦੇ ਪਹਿਲਾਂ ਖਤਮ ਹੋ ਗਈਆਂ ਸੀ, ਫਿਰ ਯੂਪੀ ਦੀਆਂ ਚੋਣਾਂ ਦੇ ਵਿੱਚ ਉਸ ਚਿਹਰੇ ਨੂੰ ਲੈ ਕੇ ਨਾ ਗਏ ਜੀ, ਲੈ ਕੇ ਕਾਹਦੇ ਲਿਜਾਣ ਨੂੰ ਕਿਹੜੇ ਮੂੰਹ ਨਾਲ ਜਾਂਦੇ ਵੀ ਉਹ ਤਾਂ 10 ਕਰੋੜ ਨਿਕਲਿਆ। ਉਹ ਜਦੋਂ ਇਹ ਸਾਰੀਆਂ ਗੱਲਾਂ ਆਉਂਦੀਆਂ ਹੁਣ ਬੋਲਦਾ ਉਹ ਵੀ ਨਹੀਂ ਜੀ। ਪਤਾ ਇਹ ਲੱਗਿਆ ਵੀ ਲਾਲ ਸਿੰਘ ਵੀ ਔਖਾ ਹੈ ਤੇ ਦੂਲੋ ਸਾਹਿਬ ਵੀ ਔਖੇ ਆ ਵੀ ਰਹਿਣ ਨਾ ਦਿਓ ਪੁਰਾਣੇ ਸਾਰੇ ਕੱਢ ਦਿਓ ਕਹਿੰਦੇ ਇਹ ਗੱਲ ਆਉਣ ਲੱਗੀ। ਤੇ ਮੈਨੂੰ ਤਾਂ ਦਾਨੇ ਵਾਲੀ ਸਾਹਿਬ ਇਹ ਲੱਗਦਾ ਹੈ ਵੈਸੇ ਗੱਲਾਂ ਆਉਂਦੀਆਂ ਵੀ ਕੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਪਾਰਟੀ 'ਚ ਰਹੂਗਾ ਕਿ ਅਲਵਿਦਾ ਕਹੂਗਾ। ਪਰ ਜਿਹੋ ਜਿਹੇ ਹਾਲਾਤ ਬਾਲੇ ਪੁਰਾਣੇ ਤਾਂ ਹੈ ਨਹੀਂ ਮਨਪ੍ਰੀਤ ਬਾਦਲ ਜੇ ਆਖੀਏ ਕਾਂਗਰਸ ਦੇ ਵਿੱਚ ਨਹੀਂ ਬਾਲੇ ਪੁਰਾਣੇ ਹੈ ਨਹੀਂ ਕਿ ਤੇ ਕੋਈ ਬੜਾ ਮੋਹ ਵੀ ਹੈ ਨਹੀਂ। 14 ਦੇ ਵਿੱਚ ਹੀ ਆਏ ਆ ਜਦੋਂ ਇਹਨਾਂ ਨੇ ਆਪਦੀ ਪਾਰਟੀ ਡਿਸੋਲਵ ਕੀਤੀ ਹੈ। ਮੈਂ ਕਹਿੰਦਾ 14 ਚ ਹੀ ਆਏ ਆ ਪਰ ਗੱਲ ਅਗਲੀ ਹੈ ਮੋਹ ਹੈ ਨਹੀਂ, ਮੋਹ ਹੈ ਨਹੀਂ ਤੇ ਦੂਜੀ ਘਰ ਵਾਲਾ ਮੋਹ ਹੈ ਨਹੀਂ। ਦੂਜੀ ਗੱਲ ਕੀ ਹੈ ਕਿ ਜਿਹੜਾ ਜਿਗਰੀ ਦੁਸ਼ਮਣ ਹੈ ਜਿਗਰੀ ਕੀ ਯਾਰ ਹੁੰਦਾ ਕਿ ਜਿਗਰੀ ਦੁਸ਼ਮਣ ਵੀ ਹੁੰਦਾ। ਹਾਂ ਜਿਹੜਾ ਜਿਗਰੀ ਦੁਸ਼ਮਣ ਹੈ ਜੋ ਸਟੇਟ ਦਾ ਪ੍ਰੈਜ਼ੀਡੈਂਟ ਉਹ ਬਣ ਗਿਆ। ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਜੀ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਬਣਾਤਾ। ਇੱਕ ਟੀਵੀ ਚੈਨਲ ਤੇ ਤਾਂ ਇੱਕ ਆਪਣਾ ਸੱਜਣ ਜਿਹੜਾ ਹੈਗਾ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁਲਾਕਾਤਾਂ ਹੀ ਦੱਸੀ ਗਿਆ ਸੀ। ਇੰਨੇ ਵਾਰੀ ਟੈਲੀਫੋਨ ਤੇ ਗੱਲ ਕੀਤੀ ਜੀ ਰਾਹੁਲ ਗਾਂਧੀ ਨੇ ਤੇ ਰਾਹੁਲ ਗਾਂਧੀ ਨੇ ਹੁਣ ਤਾਂ ਨਹੀਂ ਪੁੱਛਿਆ ਵੀ ਮਨਪ੍ਰੀਤ ਜੀ ਰਾਜੇ ਨੂੰ ਬਣਾ ਦਈਏ ਪ੍ਰਧਾਨ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਵੀ ਅਹਿਸਾਸ ਹੋ ਗਿਆ ਕਿ ਅਸੀਂ ਜਿਹੜਾ ਕੁਝ ਕਰ ਲਏ ਜਿਹੜੇ ਬਾਹਰੋਂ ਆਏ ਹੈ ਇਹ ਠੀਕ ਨਹੀਂ, ਕਿਸੇ ਟਕਸਾਲੀ ਨੂੰ ਬਣਾ ਲਈਏ। ਚਲੋ ਰਾਜਾ ਬੜਿੰਗ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਰਾਜੇ ਬੜਿੰਗ ਦੇ ਵਿੱਚ ਬਹੁਤ ਕਾਬਲੀਅਤ ਹੈ ਪਰ ਟਕਸਾਲੀ ਹੈ। ਇੱਕ ਤਾਂ ਹੈ ਨਾ ਉਹਦੇ ਵੀ ਉਹ ਬੰਦਾ ਕਾਂਗਰਸ ਜੰਗ ਪੀੜ੍ਹੀ ਹੈ ਜਿਹੜੀ ਯੂਥ ਪੀੜ੍ਹੀ ਹੈ ਜਿਹੜੀ ਨਵੀਂ ਪੀੜ੍ਹੀ ਚੋਂ ਜਿਹੜਾ ਡੇ 1 ਤੋਂ ਬੰਦਾ ਕਾਂਗਰਸ ਚ ਬਲਾਕ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਤੋਂ ਲੈ ਕੇ ਆਲ ਇੰਡੀਆ ਯੂਥ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਹੁੰਦਾ ਹੋਇਆ ਸਟੇਟ ਦਾ ਪ੍ਰੈਜ਼ੀਡੈਂਟ ਬਣੇ। ਇਹਨਾਂ ਹਾਲਾਤਾਂ 'ਚ ਮੈਨੂੰ ਤਾਂ ਲੱਗਦੀ ਸਮਾਨ ਕਈ ਜਾਣੇ ਚੱਕਣਗੇ ਨਾ ਉਹਨਾਂ 'ਚ ਮਨਪ੍ਰੀਤ ਸਿੰਘ ਬਾਦਲ ਦਾ ਵੀ ਕਹਿੰਦੇ ਹੈ ਬੋਲਦਾ ਹੈ
ਵੀ ਸ਼ਾਇਦ ਇਹ ਵੀ ਚਲੇ ਜਾਣ। ਫਿਰ ਇਹ ਇਹ ਲੋਕ ਕਿੱਧਰ ਕਹਿੰਦੇ ਕਿੱਧਰ ਜਿੱਧਰ ਬਾਕੀ ਜਾਣਗੇ ਜੀ। ਇਹ ਤਾਂ ਹੁਣ ਜਾਖੜ ਸਾਹਿਬ ਨੇ ਵੀ ਨਾ ਫੈਸਲਾ ਕੀਤਾ ਕਿੱਧਰ ਨੂੰ ਜਾਣਾ। ਹਾਂ ਕਹਿੰਦੇ ਆ ਵੀ ਕਾਂਗਰਸ ਪਾਰਟੀ ਨੂੰ ਫਤਿਹ ਬੁਲਾ ਸਕਦੀ ਹੈ। ਅੱਛਾ, ਫਤਿਹ ਬੁਲਾ ਸਕਦੇ। ਫਤਿਹ ਬੁਲਾ ਸਕਦੇ ਉਹ। ਹੁਣ ਇਹ ਹੈ ਵੀ ਅਕਾਲੀ ਦਲ 'ਚ ਘਰ ਵਾਪਸੀ ਵੀ ਹੋ ਸਕਦੀ ਹੈ। ਹਾਂ, ਬਾਕੀ ਜਿਹੜਾ ਜ਼ੋਰ ਲੱਗ ਰਿਹਾ ਪੰਜਾਬ ਦੇ ਵਿੱਚ, ਭਾਰਤੀ ਜਨਤਾ ਪਾਰਟੀ ਬੜਾ ਜ਼ੋਰ ਲਾ ਰਹੀ ਹੈ, ਬਹੁਤ ਜ਼ੋਰ ਲਾ ਰਹੀ ਹੈ। ਰੀਜਨਲ ਪਾਰਟੀ ਬਣਾਉਣ ਵਾਸਤੇ ਸਿੱਧੂ ਸਾਹਿਬ ਵੀ ਪੂਰੇ ਸਰਗਰਮ ਹੈ, ਉਹਨਾਂ ਦਾ ਗਰੁੱਪ ਵੀ ਸਰਗਰਮ ਹੈ। ਪਰ ਸਿੱਧੂ ਸਾਹਿਬ ਦੇ ਨਾਲ ਚੱਕਰ ਰਲਣਗੇ ਮਨਪ੍ਰੀਤ ਸਿੰਘ ਬਾਦਲ ਦੇ, ਇਹ ਵੀ ਕਿਉਂਕਿ ਦੋਵੇਂ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਕੈਂਡੀਡੇਟ ਨਹੀਂ, ਮੁੱਖ ਮੰਤਰੀ ਦੇ ਕੈਂਡੀਡੇਟ ਵੀ ਸੰਬੰਧ ਵੀ ਚੰਗੇ ਨਹੀਂ ਰਹੇ ਪਿਛਲੇ ਪਹਿਲਾਂ ਵਾਲੀ ਗੱਲ ਨਹੀਂ, ਪਿਛਲੇ ਸਮੇਂ ਦੇ ਵਿੱਚ ਸੰਬੰਧ ਵੀ ਚੰਗੇ ਨਹੀਂ ਰਹੇ ਜੀ। ਗੱਲ ਪਹਿਲਾਂ ਵਾਲੀ ਨਹੀਂ ਰਹੀ ਜੀ। ਤੇ ਆਪਾਂ ਗੱਲ ਲੀਡਰਾਂ ਦੀ ਕਰ ਰਹੇ ਸੀਗੇ। ਮਜੀਠੀਆ ਸਾਹਿਬ ਵੀ ਹਾਈ ਕੋਰਟ ਪੁੱਜੇ ਹੋਏ ਨੇ, ਕੋਈ ਤਣ ਪੱਤਨ ਲੱਗੂ ਗੱਲ? ਦੇਖੋ ਗੱਲ ਹੈ ਵੀ ਜਾਣਾ ਹੀ ਪੈਣਾ ਸੀ, ਉਹਨੂੰ ਕੋਈ ਰਾਹ ਹੀ ਨਹੀਂ ਰਿਹਾ। ਕਿਉਂਕਿ ਮਜੀਠੀਆ ਸਾਹਿਬ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਹੈ ਜੀ, ਉਹ ਕਾਰਵਾਈ ਅਸਲ ਦੇ ਵਿੱਚ ਸ਼ੁਰੂਆਤ ਉਹਦੀ ਈਡੀ ਤੋਂ ਹੋਈ ਹੈ। ਈਡੀ ਨੇ ਕੁਝ ਬੰਦਿਆਂ ਦੀ ਪੁੱਛ ਪੜਤਾਲ ਕੀਤੀ ਸੀ ਤੇ ਮਜੀਠੀਆ ਸਾਹਿਬ ਦਾ ਨਾਂ ਆ ਗਿਆ ਸੀ ਜੀ। ਮਜੀਠੀਆ ਸਾਹਿਬ ਨੂੰ ਫਿਰ ਈਡੀ ਨੇ ਸਮਨ ਕੀਤਾ। ਇੱਕ ਵਾਰੀ ਉਹਨਾਂ ਦੇ ਬਿਆਨ ਲੈ ਲਏ ਸੀ, ਦੂਜੀ ਵਾਰੀ ਉਹਨਾਂ ਨੂੰ ਸਮਨ ਕੱਢੇ ਸੀ, ਲੇਕਿਨ ਉਹਨਾਂ ਸਮਨਾਂ ਨੂੰ ਮਿੱਟੀ ਘੱਟੇ ਪਾਤਾ ਸੀ ਜੀ। ਉਹ ਤੋਂ ਬਾਅਦ ਕਿਸੇ ਨੇ ਬੁਲਾਇਆ ਨਹੀਂ। ਕਾਰਨ ਉਦੋਂ ਇਹ ਦੱਸਦੇ ਸੀਗੇ ਕਿ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਅਕਾਲੀ ਦਲ ਦਾ ਜਿਹੜਾ ਗਈ ਸੀ ਗੰਢ ਚਤਰਾਵਾ ਸੀ ਜੀ, ਦੋਨੇ ਇਕੱਠੇ ਸੀ। ਔਰ ਉਦੋਂ ਫਿਰ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਪੋਜੀਸ਼ਨ ਦਾ ਫਾਇਦਾ ਇਸਤੇਮਾਲ ਕਰਕੇ ਪਰਿਵਾਰਕ ਸਥਿਤੀ ਦਾ ਜਿਹੜਾ ਇਸਤੇਮਾਲ ਕੀਤਾ। ਕੌਣ ਕੌਣ ਕਿੱਥੇ ਕਿੱਥੇ ਬੈਠੇ ਆ, ਵੱਡੇ ਲੀਡਰ ਸੀ ਜੀ, ਤੇ ਉਹ ਈਡੀ ਵਾਲੀ ਗੱਲ ਜਿਹੜੀ ਹੈ ਉਹ ਮਿੱਟੀ ਘੱਟੇ ਪਾਤੀ ਸੀ। ਫਿਰ ਇਹ ਮਾਮਲਾ ਚੱਲਦਾ ਰਿਹਾ। ਚਲਦਿਆਂ ਚਲਦਿਆਂ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ। ਹਾਈ ਕੋਰਟ ਨੇ ਕਹਿਤਾ ਜੀ ਈਡੀ ਪੜਤਾਲ ਕਰੇ। ਈਡੀ ਨੇ ਜੋ ਕੁਝ ਗੱਲ ਕਹੀ ਹੈ, ਈਡੀ ਦੀ ਪੜਤਾਲ STF ਕਰ ਲਈ। STF ਦੇ ਮੁਖੀ ਸੀ ਮਿਸਟਰ ਹਰਪ੍ਰੀਤ ਸਿੰਘ ਸਿੱਧੂ ਜੀ। ਉਹਨਾਂ ਨੇ ਮੁੱਢਲੀ ਪੜਤਾਲ ਕੀਤੀ ਤੇ ਉਹਨਾਂ ਨੇ ਕਹਿਤਾ ਜੀ ਇਹਦੀ ਜਾਂਚ ਦੀ ਲੋੜ ਹੈ, ਗੜਬੜ ਹੈਗੀ ਹੈ, ਜਾਪਦੀ ਹੈ ਕੁਛ ਨਾ ਕੁਛ ਗੜਬੜ ਹੈਗੀ ਹੈ ਤੇ ਇਹਦੀ ਪੜਤਾਲ ਅੱਗੇ ਹੋਣੀ ਚਾਹੀਦੀ ਹੈ ਜੀ। ਬਿਕਰਮ ਸਿੰਘ ਮਜੀਠੀਆ ਨੇ ਜੋ ਇਲਜ਼ਾਮ ਲਾਏ ਸੀ ਹਰਪ੍ਰੀਤ ਸਿੰਘ ਸਿੱਧੂ ਤੇ ਕਿ ਸਾਡੀ ਦੂਰ ਦੀ ਰਿਸ਼ਤੇਦਾਰੀ ਹੈ, ਮੇਰਾ ਜਿਹੜਾ ਹੈਗਾ ਦੂਰ ਦਾ ਇੱਕ ਕਜ਼ਨ ਹੈ ਤੇ ਪਰਿਵਾਰਕ ਤੌਰ ਦੇ ਉੱਤੇ ਸਾਡੇ ਸੰਬੰਧ ਕੁਝ ਠੀਕ ਨਹੀਂ ਜੀ। ਉਹ ਕਹਿੰਦੇ ਵੀ ਜਿਹੜੀ ਹੈਗੀ ਇਹਨਾਂ ਦੀ ਮਾਸੀ ਜੀ, ਸ਼ਾਇਦ ਉਹਨਾਂ ਦੀ ਚਾਚੀ ਜੀ ਸੀ, ਉਹਨਾਂ ਦੀ ਕੁਛ ਇਸ ਤਰ੍ਹਾਂ ਦੇ ਵਿੱਚ ਰਿਸ਼ਤੇਦਾਰੀ ਸੀ, ਉਹਦੀ ਕੋਈ ਮੌਤ ਹੋ ਗਈ ਸੀ। ਅੱਛਾ, ਕਿੰਨਾ ਕਾਰਨਾਂ ਕਰਕੇ ਉਹ ਕਹਿੰਦੇ ਸੀ ਵੀ ਉਸ ਵੇਲੇ ਸਾਡੇ ਪਰਿਵਾਰਾਂ ਦੇ ਸੰਬੰਧ ਆਪਸੀ ਵਿਗੜ ਗਏ ਸੀ। ਮਾਸੀ ਦਾ ਪੁੱਤ ਹੀ ਕਹਿੰਦਾ ਮੇਰੀ ਮਾਸੀ ਦਾ ਪੁੱਤ ਹੈ ਤੇ ਉਹ ਕਹਿੰਦੇ ਜੀ ਮੈਨੂੰ ਤਾਂ ਇਹਨਾਂ ਨੇ ਤਾਂ ਰਗੜੇ ਮੇਰੇ ਕੱਢੇ ਹੈ। ਖੈਰ ਕੈਪਟਨ ਅਮਰਿੰਦਰ ਸਿੰਘ ਦੇ ਜ਼ਮਾਨੇ ਦੇ ਵਿੱਚ ਜਿਹੜੀ ਉਹ ਰਿਪੋਰਟ ਦਿੱਤੀ ਸੀਗੀ STF ਨੇ ਜੀ, ਜਿਹੜੀ ਇਹਨਾਂ ਵਾਲੀ ਰਿਪੋਰਟ ਸੀਗੀ ਹਰਪ੍ਰੀਤ ਸਿੱਧੂ ਵਾਲੀ, ਉਹਨੂੰ ਕਿਸੇ ਨੇ ਹਲਾਇਆ ਚਲਾਇਆ ਨਹੀਂ। ਕਹਿੰਦੇ ਵੀ ਉਦੋਂ ਮਾੜਾ ਮੋਟਾ ਅਨੁਰਾਗ ਅਗਰਵਾਲ ਹੁੰਦੇ ਸੀਗੇ ਹੋਮ ਸੈਕਟਰੀ ਜੀ, ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਤਾਂ ਰੋਕਿਆ ਹੀ ਨਹੀਂ ਤੇ ਤੁਸੀਂ ਸਿੱਧੂ ਸਾਹਿਬ ਕੁਛ ਕਿਉਂ ਕਾਰਵਾਈ ਕਿਉਂ ਨਹੀਂ ਕਰਦੇ। ਕੈਪਟਨ ਸਾਹਿਬ ਚਲੇ ਗਏ ਤੇ ਉਹ ਤੋਂ ਬਾਅਦ ਆ ਗਏ ਚੰਨੀ ਸਾਹਿਬ ਜੀ। ਤੇ ਫਿਰ ਜੋ ਚੰਨੀ ਸਾਹਿਬ ਆ ਗਏ ਤੇ ਚੰਨੀ ਸਾਹਿਬ ਨੇ ਉਹਨਾਂ ਦੀ ਸਰਕਾਰ ਨੇ ਇੱਕ ਪਰਚਾ ਦਰਜ ਕਰਤਾ। ਉਸ ਪਰਚੇ ਤੋਂ ਪਹਿਲਾਂ ਬੜਾ ਰੌਲਾ ਪੈਂਦਾ ਸੀ, ਸਿੱਧੂ ਸਾਹਿਬ ਵੀ, ਸੁਖੀ ਰੰਧਾਵਾ ਜੀ ਵੀ ਸਾਰੇ ਕਹਿੰਦੇ ਹੁੰਦੇ ਸੀ ਕਿ ਇਸ ਬੰਦੇ ਦੇ ਖਿਲਾਫ ਕਾਰਵਾਈ ਹੋਣੀ ਜੀ। ਜਦੋਂ FIR ਦਰਜ ਹੋ ਗਈ, ਇਹਨਾਂ ਨੇ ਐਂਟੀਸਪੇਟਰੀ ਬੇਲ ਪਾਈ, ਇਹਨਾਂ ਦੀ ਰਿਜੈਕਟ ਹੋ ਗਈ, ਹਾਈ ਕੋਰਟ 'ਚੋਂ ਵੀ ਰਿਜੈਕਟ ਹੋ ਗਈ ਤੇ ਫਿਰ ਇਹ ਸੁਪਰੀਮ ਕੋਰਟ ਚਲੇ ਗਏ ਜੀ। ਮੇਰੇ ਨਾਲ ਰਾਜਸੀ ਬਦਲਾਖੋਰੀ ਦੇ ਅਧੀਨ ਕਾਰਵਾਈ ਕੀਤੀ ਹੈ ਤੇ ਮੈਨੂੰ ਰਾਹਤ ਦਿੱਤੀ ਜਾਵੇ ਜੀ। ਮੈਂ ਇਲੈਕਸ਼ਨ ਲੜਨੀ, ਸੁਪਰੀਮ ਕੋਰਟ ਨੇ ਦਿੱਤਾ ਸੀ ਇੰਨਾ ਕਿ ਇਹਨਾਂ ਨੂੰ ਰਿਲੀਫ ਕਿ ਤੁਸੀਂ ਇਲੈਕਸ਼ਨ ਲੜ ਲਓ ਤੇ ਜਿੱਦਾਂ ਤੁਹਾਡੀ ਇਲੈਕਸ਼ਨ ਪੂਰੀ ਹੋ ਗਈ 24 ਫਰਵਰੀ ਦਾ ਸ਼ਾਇਦ ਇਹਨਾਂ ਨੂੰ ਦਿਨ ਦਿੱਤਾ ਸੀ ਕਿ ਤੁਸੀਂ ਦੁਬਾਰਾ ਸਰੈਂਡਰ ਕਰਿਓ। ਹੁਣ ਇਹ ਉਦੋਂ ਤੋਂ ਜੀ ਫਰਵਰੀ ਦੇ ਲਾਸਟ ਵੀਕ ਤੋਂ ਇਹਨਾਂ ਨੇ ਸਰੈਂਡਰ ਕਰਕੇ ਤੇ ਪਟਿਆਲਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਹੈ। 3 ਮਹੀਨੇ ਹੋ ਚੁੱਕੇ। 3 ਮਹੀਨੇ ਹੋ ਗਏ ਤੇ ਉਹ ਤੋਂ ਬਾਅਦ ਮਜੀਠੀਆ ਸਾਹਿਬ ਚਲੇ ਗਏ ਸੁਪਰੀਮ ਕੋਰਟ। ਸੁਪਰੀਮ ਕੋਰਟ ਜ਼ਮਾਨਤ ਵਾਸਤੇ ਨਹੀਂ ਗਈ। ਇਹਨੇ FIR ਨੂੰ ਚੁਣੌਤੀ ਦਿੱਤੀ ਕਿ ਜਿਹੜੀ FIR ਹੋਈ ਹੈ ਗਲਤ ਹੈ ਤੇ FIR ਕੁਐਸ਼ ਕੀਤੀ ਜਾਵੇ। ਸੁਪਰੀਮ ਕੋਰਟ ਦੇ ਵਿੱਚ ਵੀ 2-3 ਮਹੀਨੇ ਮਾਮਲਾ ਤੁਰਿਆ ਫਿਰਦਾ ਰਿਹਾ। ਉਹ ਤੋਂ ਬਾਅਦ ਹੁਣ ਜਿਹੜੀ ਹੈਗੀ ਹੈ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਲਾਸਟ ਸੁਣਵਾਈ ਹੋਈ ਜੀ, ਉੱਥੇ ਉਹ ਕਹਿੰਦੇ ਜੀ ਇਹ ਤੁਸੀਂ ਸਾਡੇ ਕੋਲ ਕੀ ਲੈਣ ਆ ਗਏ, ਇਹ ਸਟੇਜ ਹੀ ਹੈ ਨਹੀਂ ਗੀ, FIR ਰੱਦ ਕਿਵੇਂ ਕਰ ਦਈਏ, ਤੁਸੀਂ ਹਾਈ ਕੋਰਟ ਪਹਿਲਾਂ ਕਿਉਂ ਨਹੀਂ ਗਏ। ਹਾਈ ਕੋਰਟ ਜਾਓ, ਤੁਹਾਡੇ ਕੋਲੇ ਹਾਈ ਕੋਰਟ ਜਾਣ ਦੀ ਲਿਬਰਟੀ ਹੈਗੀ ਹੈ। ਸਿੰਗਲ ਜੱਜ ਦੀ ਬਜਾਏ ਤੁਹਾਡੀ ਸੁਣਵਾਈ ਡਬਲ ਜੱਜ ਕਰੂਗਾ, ਡਬਲ ਬੈਂਚ ਕਰੂਗਾ, 2 ਜੱਜਾਂ ਤੇ ਆਧਾਰਿਤ ਬੈਂਚ। ਤੁਸੀਂ ਉੱਥੇ ਇੱਕ ਗੱਲ ਕਰ ਸਕਦੇ ਹੋ ਕਿ ਆਪਣੀ ਬੇਲ ਐਪਲੀਕੇਸ਼ਨ ਵੀ ਪਾ ਸਕਦੇ ਹੋ ਜੀ ਤੇ ਨਾਲ ਤੁਸੀਂ ਆਪਣੀ ਜਿਹੜੀ ਹੈ ਇਹਨੂੰ FIR ਨੂੰ ਰੱਦ ਕਰਨ ਵਾਸਤੇ ਵੀ ਪਾ ਸਕਦੇ ਹੋ, ਦਰਖਾਸਤ ਦਿਓ, ਇਹ ਦੇ ਸਕਦੇ ਹੋ। ਹੁਣ ਇਹਨਾਂ ਨੇ ਆ ਕੇ ਮਤਲਬ ਜਿਹੜੀ ਹੈਗੀ ਹੈ FIR ਨੂੰ ਰੱਦ ਕਰਨ ਵਾਲੀ ਐਪਲੀਕੇਸ਼ਨ ਤਾਂ ਨਹੀਂ ਦਿੱਤੀ, ਲੇਕਿਨ ਬੇਲ ਐਪਲੀਕੇਸ਼ਨ ਪਾਤੀ ਹੈ ਜੀ। 2 ਜੱਜਾਂ ਦੇ ਹੁਣ ਲੱਗਣੀ ਹੈ ਜੀ, ਬੇਲ ਐਪਲੀਕੇਸ਼ਨ ਲੱਗ ਹੀ ਗਈ। ਮੇਰਾ ਖਿਆਲ ਹੈ ਵੀ ਇਸੇ ਹਫਤੇ ਜਾਂ ਅਗਲੇ ਹਫਤੇ ਉਹਦੇ ਤੇ ਸੁਣਵਾਈ ਹੋਣੀ ਔਰ ਉਹਦੇ ਤੋਂ ਬਾਅਦ ਫਿਰ ਪਤਾ ਲੱਗਣਾ ਵੀ ਇਹਨਾਂ ਦਾ ਕੀ ਹੁੰਦਾ ਹੈ। ਲੇਕਿਨ ਦਾਨੀਅਲ ਸਾਹਿਬ ਜਿਹੜੀ ਆ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਬੜਾ ਕੁਝ ਹੋ ਰਿਹਾ ਸੀ। ਪਹਿਲਾਂ ਕਹਿੰਦੇ ਸੀ ਉਹ ਬਦਲਤੇ ਆਪਣੇ ਸੁਬਡਰ ਸਾਹਿਬ,
ਜਿਹੜੇ ਇਹਨਾਂ ਨੂੰ VIP ਟ੍ਰੀਟਮੈਂਟ ਜੀ, ਦਿੰਦੇ ਜੀ। ਸੀ ਤੇ ਸੁੱਚਾ ਸਿਉਂ ਲਾਤੇ। ਸੁੱਚਾ ਸਿਉਂ ਵੀ ਕਹਿੰਦੇ ਘਰ ਦੇ ਬੰਦੇ ਨਿਕਲ ਆਏ ਸੀ, ਹੁਣ ਉਹਨਾਂ ਦੀ ਵੀ ਬਦਲੀ ਹੋ ਗਈ ਹੈ। ਜੀ ਤੇ ਨਾਲ ਇੱਕ ਗੱਲ ਹੋਰ ਕਹਿਤੀ ਭਗਵੰਤ ਸਿੰਘ ਮਾਨ ਹੋਰਾਂ ਨੇ ਕਿ ਅਸੀਂ ਜੇਲ੍ਹਾਂ ਦੇ ਵਿੱਚੋਂ VIP ਕਲਚਰ ਖਤਮ ਕਰ ਰਹੇ ਹਾਂ। ਜੀ ਕਹਿੰਦੇ ਜੇਲ੍ਹਾਂ ਦੇ ਵਿੱਚ ਜਿਹੜੀਆਂ ਅੰਦਰਲੇ ਪਾਸੇ ਚੰਗੀਆਂ ਚੰਗੀਆਂ ਬੈਰਕਾਂ ਬਣੀਆਂ ਸੀ ਉਹਨਾਂ ਨੂੰ ਹੁਣ ਪ੍ਰਸ਼ਾਸਨਿਕ ਦਫ਼ਤਰਾਂ ਦੇ ਤੌਰ ਤੇ ਵਰਤਾਂਗੇ ਤੇ ਜਿਹੜੇ ਬਾਕੀ ਲੋਕ ਆ ਉਹਨਾਂ ਨੂੰ ਕੱਢ ਕੇ ਅਸੀਂ ਸਿੱਧੇ ਤੌਰ ਤੇ ਪਾਵਾਂਗੇ ਆਮ ਬੈਰਕਾਂ 'ਚ। ਆਮ ਬੈਰਕਾਂ ਤੇ ਜਦੋਂ ਬੰਦੇ ਨੂੰ ਆਮ ਬੈਰਕਾਂ ਦੇ ਵਿੱਚ ਆਉਣਾ ਪੈਂਦਾ ਜੀ ਫਿਰ ਪਤਾ ਤਾਂ ਲੱਗਦਾ ਹੈ ਕਿ ਜੇਲ੍ਹ ਹੁੰਦੀ ਹੈ। ਹੁਣ ਇਹ ਦੇਖਦੇ ਆ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਕੋਈ ਰਿਲੀਫ ਮਿਲਦੀ ਹੈ ਜਾਂ ਨਹੀਂ ਮਿਲਦੀ। ਜੀ ਜੇ ਹਾਈ ਕੋਰਟ 'ਚੋਂ ਰਿਲੀਫ ਨਾ ਮਿਲੀ ਤਾਂ ਫਿਰ ਸੁਪਰੀਮ ਕੋਰਟ ਜਾਣਾ ਪਊਗਾ, ਉਹਨੂੰ ਚੈਲੰਜ ਕਰਨਾ ਪਊ। ਦੇਖਦੇ ਕੀ ਬਣਦਾ ਜੀ। ਢਿੱਲੋਂ ਸਾਹਿਬ ਇਹਦੇ ਵਿੱਚ ਹੀ ਤੁਹਾਨੂੰ ਜੇਲ੍ਹਾਂ ਦੀ ਗੱਲ ਛੇੜੀ ਹੈ ਤਾਂ ਆਪਣੇ ਜਿਹੜੇ BSF ਦੇ ਡਿਪਟੀ ਕਮਾਂਡੈਂਟ ਲਾਏ ਸੀ ਨਾ ਜੇਲ੍ਹ ਸੁਪਰੀਡੈਂਟ, ਹਾਂਜੀ ਉਹਨਾਂ ਨੂੰ ਜਿਹੜਾ ਹਾਈ ਕੋਰਟ ਨੇ ਫਾਰਗ ਕਰ ਦਿੱਤਾ ਜੀ, ਕਿਉਂਕਿ ਦੂਜੇ ਜੇਲ੍ਹ ਗਏ ਸੀ। ਉਹ ਕਹਿੰਦੇ ਵੀ ਜੇਲ੍ਹ ਮੈਨੂਅਲ ਅੱਡ ਚੀਜ਼ ਹੈ। ਇਹ 7 ਸੀਗੇ ਜੀ ਡਿਪਟੀ ਕਮਾਂਡੈਂਟ। ਇਹ ਤੁਹਾਨੂੰ ਪਤਾ ਸੁੱਖੀ ਰੰਧਾਵਾ ਨੇ ਡੈਪੂਟੇਸ਼ਨ ਤੇ ਲਿਆਂਦੇ ਸੀ। ਇਹ ਸੀ ਵੀ ਬਾਹਲੇ ਬਾਹਰ ਲਈ ਅਨੁਰਾਗ ਕੁਮਾਰ, ਪਰਵਿੰਦਰ ਸਿੰਘ, ਸੁਰਿੰਦਰ ਸਿੰਘ, ਰਜਿੰਦਰ ਸਿੰਘ ਹੁੰਦਲੇ ਤਾਂ ਚਲੋ ਪੰਜਾਬ ਦੇ ਹੀ ਲੱਗਦੇ ਆ, ਜੋਗਿੰਦਰ ਪੌਲ, ਗੁਰਨਾਮ ਲਾਲ ਤੇ ਨਵਰੰਗ ਡੰਗ ਪੁੱਕ ਨੇਗੀ। ਸੋ ਇਹਦਾ ਫੈਸਲਾ ਜਿਹੜਾ ਆਇਆ ਜੀ, ਤੇ ਇਹ 9/10/20 ਨੂੰ ਜਿਹੜਾ ਇਹਦੇ ਉੱਤੇ ਕੀਤੀ ਸੀ ਪਟੀਸ਼ਨ, ਤੇ ਜਿਹੜਾ ਹਾਈ ਕੋਰਟ ਨੇ ਇਹਨੂੰ ਜਿਹੜਾ ਆਪਣੇ ਸਿੰਧੂ ਸਾਹਿਬ ਜਿਹੜੇ ਆਪਣੇ ਚੀਫ ਜਸਟਿਸ, ਆਪਣੇ ਜਸਟਿਸ ਆਨਰੇਬਲ ਜਸਟਿਸ ਮਹਾਵੀਰ ਸਿੰਧੂ ਜੀ ਨੇ, ਉਹਨਾਂ ਨੇ ਫੈਸਲਾ ਜਿਹੜਾ ਇੱਥੇ ਕਰ ਦਾਨੇਵਾਲੀਆ ਜੀ ਥੋੜਾ ਜਿਹਾ ਇੱਥੇ ਕਰੈਕਟ ਕਰ ਲਓ। ਸੁੱਖੀ ਰੰਧਾਵੇ ਨੇ ਭਾਵੇਂ BSF ਵਾਲੇ ਲੈਂਦੇ ਸੀ, ਲੇਕਿਨ ਜਿਹੜਾ ਜੇਲ੍ਹਾਂ ਵਾਲਾ ਮੈਨੂਅਲ ਦੇ ਮੁਤਾਬਕ ਜਿਹੜੀ ਪਹਿਲਾਂ ਨਿਯੁਕਤੀਆਂ ਹੁੰਦੀਆਂ ਸੀ ਜੇਲ੍ਹ ਸੁਪਰੀਡੈਂਟ ਵਗੈਰਾ ਜੀ, ਇਹਦੀ ਜਿਹੜੀ ਹੈਗੀ ਆ ਗੜਬੜ ਚੌਥ ਅਕਾਲੀ ਸਰਕਾਰ ਵੇਲੇ ਉਦੋਂ ਇਹਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਲਾਏ ਸੀ। ਇਹਨਾਂ ਨੇ ਪੰਜਾਬ ਪੁਲਿਸ ਦੇ SP ਲਾਤੀ SP ਸੀ। ਲਾਤੇ ਆਪਾਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਇਹ SP ਲਾ ਐਂਡ ਆਰਡਰ ਨੂੰ ਤਾਂ ਮੇਨਟੇਨ ਕਰ ਲੈਣਗੇ, ਪਰ ਜੇਲ੍ਹਾਂ ਵਾਲੇ ਬੰਦਿਆਂ ਨੂੰ ਇਹ ਨਹੀਂ ਸੰਭਾਲ ਸਕਦੇ। ਗਲਤ ਹੈ ਕਾਰਵਾਈ, ਇਹ ਨਹੀਂ ਹੋਣੀ ਚਾਹੀਦੀ ਜੀ, ਕਿਉਂਕਿ ਜੇਲ੍ਹਾਂ ਦੇ ਵਿੱਚ ਜਿਹੜੇ ਬੰਦੇ ਬੰਦੀ ਹੈ ਉਹਨਾਂ ਬੰਦੀਆਂ ਨੂੰ ਕਿਵੇਂ ਟਰੀਟ ਕਰਨਾ ਹੈ, ਕਿਵੇਂ ਉਹਨਾਂ ਨੂੰ ਬਰਿਆ ਕੇ ਰੱਖਣਾ, ਕਿਵੇਂ ਉਹਨਾਂ ਨੂੰ ਤਾੜ ਕੇ ਰੱਖਣਾ ਹੈ, ਜੀ ਇਹਦੀ ਟ੍ਰੇਨਿੰਗ ਇਹਨਾਂ ਕੋਲੇ ਨਹੀਂ ਹੁੰਦੀ। ਇਹ ਟ੍ਰੇਨਿੰਗ ਜਿਹੜੀ ਹੈਗੀ ਹੈ ਜੇਲ੍ਹ ਅਧਿਕਾਰੀਆਂ ਕੋਲੇ ਹੁੰਦੀ ਹੈ ਔਰ ਜੇਲ੍ਹ ਅਧਿਕਾਰੀ ਸੁਚਾਰੂ ਤਰੀਕੇ ਨਾਲ ਜੇਲ੍ਹਾਂ ਨੂੰ ਚਲਾ ਸਕਦੇ ਹੈ ਜੀ। ਠੀਕ ਹੈ ਵੀ ਜੇ ਜੇਲ੍ਹਾਂ ਦੇ ਵਿੱਚ ਕੋਈ ਚੀਜ਼ਾਂ ਆਉਂਦੀਆਂ ਉਹ CRP BSF ਜਾਂ ਜੋ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਵਗੈਰਾ ਦੇ ਲੋਕ ਜਿਹੜੇ ਹੈ ਉਹਨਾਂ ਨੂੰ ਤੁਸੀਂ ਸਿਕਿਉਰਿਟੀ ਵਾਸਤੇ ਇਸਤੇਮਾਲ ਕਰ ਸਕਦੇ ਹੋ। ਲੇਕਿਨ ਜਿਹੜੀਆਂ ਪ੍ਰਸ਼ਾਸਨਿਕ ਪੋਸਟਾਂ ਜੇਲ੍ਹ ਦੇ ਅੰਦਰਲਾ ਪ੍ਰਬੰਧ ਹੈ ਜਿਹੜਾ ਉਹ ਤਾਂ ਸਿਰਫ ਤੇ ਸਿਰਫ ਜੇਲ੍ਹਾਂ ਵਾਲਾ ਡਿਪਾਰਟਮੈਂਟ ਹੀ ਚਲਾ ਸਕਦਾ ਹੈ। ਉਹਨਾਂ ਨੂੰ ਹੀ ਉਹ ਜਿਹੜੀਆਂ ਪੋਸਟਾਂ ਦੇ ਇਹਨਾਂ ਨੇ ਉਹੀ ਗੱਲ ਕਹੀ ਹੈ ਨਾ ਜੀ, ਇਹਦੇ ਵਿੱਚ ਉਹ ਵੀ ਉਹਨਾਂ ਨੇ ਨਾਲ ਕਲੀਅਰ ਕਰਤਾ ਵੀ ਇੰਸਪੈਕਟਰ IG ਪ੍ਰਿਜ਼ਨਸ, ਹਾਂਜੀ, ਉਹ ਵੀ ਕਹਿੰਦੇ ਜੇਲ੍ਹ ਡਿਪਾਰਟਮੈਂਟ ਦਾ ਹੋਣਾ ਚਾਹੀਦਾ, ਪੰਜਾਬ ਪੁਲਿਸ ਦਾ ਨਹੀਂ ਹੋਣਾ ਚਾਹੀਦਾ। ਪ੍ਰਮੋਟ ਕਰੋ 4 ਤੋਂ 5 ਸਾਲ ਜਿਨ੍ਹਾਂ ਦਾ ਐਕਸਪੀਰੀਅੰਸ ਹੋ ਗਿਆ। DIG ਵੀ ਇੱਕ ਪੋਸਟ ਹੈ, ਗਰੁੱਪ ਇਹ IG ਗਰੁੱਪ 1 ਹੈ, DIG ਗਰੁੱਪ 2 ਹੈ ਤੇ ਅਸਿਸਟੈਂਟ ਇੰਸਪੈਕਟਰ ਜਨਰਲ ਗਰੁੱਪ 3 ਹੈ ਜੀ। ਟੋਟਲ ਪੋਸਟਾਂ ਜਿਹੜੀਆਂ ਇਹ ਬਣਦੀਆਂ ਜੀ 2 ਤੇ 4 6। ਕਹਿੰਦੇ ਇਹ ਜਿਹੜੀਆਂ ਪ੍ਰਮੋਸ਼ਨ ਹੈ ਇਹ ਤੁਸੀਂ ਸੁਪਰੀਡੈਂਟ ਡਿਸਟ੍ਰਿਕਟ ਜੇਲ੍ਹ ਤੇ ਡਿਪਟੀ ਸੁਪਰੀਡੈਂਟ ਗ੍ਰੇਡ 1 ਜਿਹੜੇ ਉਹਨਾਂ ਦੇ ਆ, ਉਹਨਾਂ ਦੇ ਵਿੱਚੋਂ ਇਹਨਾਂ ਦੀ ਸਿਲੈਕਸ਼ਨ ਕਰਕੇ ਇਹਨਾਂ ਦੀਆਂ ਪ੍ਰਮੋਸ਼ਨ ਕਰੋ। ਇਹ ਵੀ ਇਹਨਾਂ ਨੇ ਕਲੀਅਰ ਕਰਤਾ। ਇਹਦਾ ਮਤਲਬ ਜਿਹੜੀ ADGP ਦੀ ਪੋਸਟ ਖਤਮ ਹੋਊਗੀ। ADGP ਤਾਂ ਹੋਊਗਾ ਉੱਤੇ, ਜੇਲ੍ਹਾਂ ਵਾਲਾ ADGP ਤਾਂ ਲਾ ਸਕਦੇ ਹੋ, ਪਰ IG ਜੇਲ੍ਹ ਡਿਪਾਰਟਮੈਂਟ ਚੋਂ ਲੱਗੂਗਾ। IG ਜੇਲ੍ਹ ਚੋਂ ਲੱਗੂਗਾ, ਠੀਕ ਹੈ। IG DIG ਪਹਿਲਾਂ IG ਲਾ ਦਿੰਦੇ ਸੀ ਨਾ IPS ਨੂੰ। ਠੀਕ ਹੈ। ADGP ਤਾਂ ਲਾਈ ਜਾਂਦੇ ਆ, ਪਰ IG ਤਾਂ ਵੈਸੇ ਆਲਰੇਡੀ ਟੌਪ ਮੋਸਟ ਪੋਸਟ ਹੁੰਦੀ ਹੈ। ਇਹ ਤਾਂ ਬਾਅਦ ਚ DGP ਕ੍ਰੀਏਟ ਕੀਤਾ ਹੈ। ਹੁਣ ADGP ਦਾ ਇਹ ਪੋਸਟ ਕ੍ਰੀਏਟ ਹੋਈ ਹੈ ਨਹੀਂ ਹੋਈ, ਇਹ ਜੇ ਮੈਣਾ ਰੱਖਦਾ, ਕਿਉਂਕਿ ਮੇਰਾ ਖਿਆਲ ਹੈ ਮੈਨੂਅਲ ਦੇ ਵਿੱਚ ਚੇਂਜ ਕਰਨੀ ਪੈਣੀ ਹੈ, ਤਬਦੀਲੀ ਕਰਨੀ ਪੈਣੀ। ਮੇਰਾ ਖਿਆਲ ਹੈ ਮੈਨੂਅਲ ਤਬਦੀਲ ਨਹੀਂ ਕੀਤਾ ਇਹਨਾਂ ਨੇ, ਉਹ ਲਾਇਆ ਹੋਇਆ ਨਾ ਕੰਮ। ਜਿਵੇਂ ਹੁਣ DGP ਦੀ ਪੋਸਟ ਤਾਰੀ ਭਗਵੰਤ ਸਿੰਘ ਦਾਨੇਵਾਲ ਗਿਆ ਜਦੋਂ IG ਤੋਂ ਰਿਜ਼ਾਈਨ ਕਰਦੇ ਆ, ਉਹ ਮਤਲਬ ਕਿ ਜੇ ਉਹਨਾਂ ਨੇ ਕੋਰਟ ਕੇਸ ਪਾਇਆ ਸੀਗਾ ਕਿ ਮੇਰੀ ਜਿਹੜੀ ਉਦੋਂ ਜਦੋਂ ਮੈਂ ਰਿਟਾਇਰਮੈਂਟ ਲਈ ਹੈ ਉਦੋਂ DGP ਦੀ ਪੋਸਟ ਕ੍ਰੀਏਟ ਹੋ ਗਈ ਸੀ, ਮੈਨੂੰ ਬਤੌਰ DGP ਜਿਹੜਾ ਰਿਟਾਇਰਮੈਂਟ ਮੰਨੀ ਜਾਵੇ। ਪਰ ਉਹ ਤੁਹਾਨੂੰ ਪਤਾ ਪਿਛਲੇ ਉਹਨਾਂ ਦੀ ਡੈਥ ਤੋਂ ਮੇਰੇ ਖਿਆਲ 15-16 ਸਾਲਾਂ ਬਾਅਦ ਫੈਸਲਾ ਪਿਛਲੇ ਸਾਲ ਆਇਆ ਸੀਗਾ ਉਹ, ਕਿਉਂਕਿ ਉਹਨਾਂ ਨੇ ਫਾਲੋ ਨਹੀਂ, ਜੋ ਡੈਥ ਹੀ ਹੋ ਗਈ ਤੇ ਉਹ ਫਿਰ ਉਹ ਜਿਹੜਾ ਨਹੀਂ ਮੰਨਿਆ ਗਿਆ ਸੀ। ਸੋ ਇਹ ਚੀਜ਼ਾਂ ਨੇ, ਕਿਉਂਕਿ ਉਦੋਂ DGP ਅਮੈਂਡ ਹੋ ਗਿਆ ਸੀ, IG ਤੋਂ ਪ੍ਰਮੋਟ ਹੋ ਕੇ DGP ਦੀ ਪੋਸਟ ਕ੍ਰੀਏਟ ਹੋ ਗਈ ਸੀ। ਬਿਲਕੁਲ ADGP ਦੀ ਪੋਸਟ ਹੈ ਨਹੀਂ ਵੈਸੇ ਟੈਕਨੀਕਲੀ, DGP ਹੈ। IG ਤੋਂ ਬਸ ਸਿੱਧਾ DGP ਹੈ। ਠੀਕ ਹੈ ਹਾਂਜੀ, ਇਹ ਚੀਜ਼ਾਂ ਨੇ। ਸੋ ਇਹ ਵੀ ਇੱਕ ਆਪਣੇ ਆਪ 'ਚ ਬੜੀ ਮਾਇਨੇ ਰੱਖਦੀ ਹੈ ਗੱਲ, ਕਿਉਂਕਿ ਜੇਲ੍ਹ ਪ੍ਰਸ਼ਾਸਨ ਦੇ ਤੁਸੀਂ ਆਖਿਆ ਜੇਲ੍ਹ ਪ੍ਰਸ਼ਾਸਨ ਆਪਣੇ ਆਪ ਦੇ ਵਿੱਚ ਉਹਦੀ ਦੇਖੋ ਵੈਲੂਰ, ਇਹਨਾਂ ਦੀ ਟ੍ਰੇਨਿੰਗ ਹੀ ਅਲੱਗ ਹੈ, ਜੇਲ੍ਹ ਸਕੂਲ ਅਲੱਗ ਹੈ। ਨਹੀਂ ਤਾਂ ਪੰਜਾਬ ਇਹ ਤਾਂ ਜਾਨ ਖਿੱਲਾਂ ਟ੍ਰੇਨਿੰਗ ਦੇ ਦਿੰਦੇ। ਜਿਹੜੇ
ਜੇਲ੍ਹ ਵਾਰਡਨ ਨੇ ਉਹਨਾਂ ਦੀ ਪਟਿਆਲੇ ਜੇਲ੍ਹ ਸਕੂਲ 'ਚ ਹੁੰਦੀ ਹੈ, ਅਸਿਸਟੈਂਟ ਸੁਪਰੀਡੈਂਟ ਦੀ ਜਿਹੜੇ ਡਿਪਟੀ ਨੇ ਉਹਨਾਂ ਦੀ ਵਲੌਰ ਹੁੰਦੀ ਹੈ ਉੱਥੇ ਬਿਲਕੁਲ ਤਾਮਿਲਨਾਡੂ ਦੇ ਵਿੱਚ। ਜਿਵੇਂ ਆਪਣੇ ਇੱਥੇ ਅਕੈਡਮੀ ਹੈ ਤੁਹਾਡੀ IPS ਅਕੈਡਮੀ ਹੈਦਰਾਬਾਦ ਹੈ, ਇਹਨਾਂ ਦੀ ਉੱਥੇ ਹੁੰਦੀ ਹੈ। ਤੇ ਢਿੱਲੋਂ ਸਾਹਿਬ ਹੁਣ ਆਪਾਂ ਗੱਲ ਕਰੀਏ ਤਾਂ ਪੰਜਾਬ ਨੂੰ ਇਹੋ ਜਿਹੀ ਕੀ ਲੋੜ ਪੈ ਗਈ ਵੀ ਕੇਂਦਰੀ ਬਲ ਮੰਗਣੇ ਪੈ ਗਏ? ਲੋੜ ਪੰਜਾਬ ਨੂੰ ਇਸ ਕਰਕੇ ਪੈ ਗਈ ਜੀ ਵੀ ਕਿਉਂਕਿ ਪੰਜਾਬ ਦੇ ਹਾਲਾਤ ਆ ਜਿਹੜੇ ਪਿਛਲੇ ਦਿਨਾਂ 'ਚ ਆਪਾਂ ਦੇਖੇ ਹੈ ਜੀ, ਉਹ ਕਾਫੀ ਜਿਹੜੇ ਹੈਗੇ ਹੈ ਖਰਾਬ ਹੋਏ, ਗੜਬੜ ਚੌਥ ਹੋਏ ਜੀ। ਔਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਤੁਸੀਂ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੰਟੈਲੀਜੈਂਸ ਦਾ ਹੈੱਡਕੁਆਟਰ ਹੈ ਜੀ, ਉਹਦੇ ਤੇ ਅਟੈਕ ਹੁੰਦਾ। ਹੂੰ, ਹਾਲਾਂਕਿ DGP ਨੇ ਕਿਹਾ ਕਿ ਇਹ ਅਟੈਕ ਜਿਹੜਾ ਇੰਟੈਲੀਜੈਂਸ ਦੇ ਹੈੱਡਕੁਆਟਰ ਤੇ ਕੀਤਾ ਸੀ, ਹੂੰ, ਇਹ ਜਾਨੀ ਨੁਕਸਾਨ ਦੀ ਭਾਵਨਾ ਨਾਲ ਨਹੀਂ ਕੀਤਾ ਗਿਆ ਸੀ। ਜੇ ਜਾਨੀ ਨੁਕਸਾਨ ਦੀ ਭਾਵਨਾ ਨਾਲ ਕੀਤਾ ਹੁੰਦਾ ਤਾਂ ਫਿਰ ਇਹ ਦਫ਼ਤਰ ਬੰਦ ਹੋਣ ਤੋਂ ਬਾਅਦ ਨਹੀਂ ਸੀ ਕਰਨਾ। ਉਹ ਕਹਿੰਦੇ ਵੀ ਸ਼ਾਇਦ ਉਹਨਾਂ ਨੇ ਇਹ ਆਪਣੀ ਇੱਕ ਜਿਹੜੀ ਹੈਗੀ ਆ ਹੋਂਦ ਦਿਖਾਈ ਹੈ। ਉਹ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਪੁਲਿਸ ਦੇ ਥਾਣੇ ਤੇ ਵੀ ਅਟੈਕ ਹੋਏ ਔਰ ਮਿਲਟਰੀ ਦਾ ਜਿਹੜਾ ਸਟੇਸ਼ਨ ਹੈ ਪਠਾਨਕੋਟ ਉੱਥੇ ਵੀ ਅਟੈਕ ਹੋਇਆ ਸੀ। ਇਹ ਸਾਰਾ ਕੁਝ ਹੁੰਦਾ ਰਿਹਾ। ਹੁਣ ਪਿਛਲੇ ਸਮੇਂ 'ਚ ਆਪਾਂ ਦੇਖਿਆ ਕਿ ਕਈ ਥਾਵਾਂ ਦੇ ਉੱਤੇ ਕਿਲਿੰਗਸ ਵੀ ਹੋ ਗਏ ਜੀ, ਟਾਰਗੇਟ ਵੀ ਹੋਏ, ਜਿਹੜੇ ਟਾਰਗੇਟ ਕਿਲਿੰਗਸ ਵੀ ਹੋਈਆਂ। ਬਾਹਰੋਂ ਆ ਝੰਡੇ ਝੁੰਡੇ ਚੜਾਉਣ ਦੀਆਂ ਗੱਲਾਂ ਵੀ ਕਰਨ ਵਾਲੀ ਗੱਲ ਹੋਈ। ਹਾਲਾਂਕਿ ਝੰਡਾ ਚੜਾਉਣਾ ਕੋਈ ਪਾਪ ਨਹੀਂ ਹੈ, ਕੋਈ ਜੁਰਮ ਨਹੀਂ ਹੈ। ਹਿਮਾਚਲ ਪ੍ਰਦੇਸ਼ ਦੀ ਜਿਹੜੀ ਧਰਮਸ਼ਾਲਾ ਦੇ ਵਿੱਚ ਬਣੀ ਹੈ ਵਿਧਾਨ ਸਭਾ ਦੀ ਬਿਲਡਿੰਗ ਜੀ, ਉਹਦੇ ਤੇ ਝੰਡਾ ਚੜਾਉਣ ਦੇ ਬਾਹਰਲੇ ਪਾਸੇ ਖਾਲਿਸਤਾਨ ਦੇ ਨਾਅਰੇ ਲਾਉਣੇ, ਉਹ ਆਪਦੀ ਥਾਂ ਤੇ ਹੈ। ਲੇਕਿਨ ਉਹ ਤੋਂ ਬਾਅਦ ਜਿਹੜੇ 2 ਬੰਦੇ ਗ੍ਰਿਫਤਾਰ ਕਰ ਲਏ ਰੋਪੜ ਜ਼ਿਲ੍ਹੇ 'ਚੋਂ, ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਦੀ ਹਿਮਾਚਲ ਦੇ ਮੁੱਖ ਮੰਤਰੀ ਨੂੰ ਜੀ ਸਿੱਧੀ ਧਮਕੀ ਆਉਣੀ ਕਿ ਇਹਨਾਂ ਨੂੰ ਭਾਈ ਛੱਡੋ ਤੇ ਨਹੀਂ ਤਾਂ ਫਿਰ ਦੇਖ ਲਓ ਤੁਹਾਡੇ ਨਾਲ ਹੋਣਾ ਕੀ ਹੈ ਜੀ। ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਹੁਣ ਹਾਲਾਤ ਇਹ ਬਣ ਗਏ, ਅੱਗੇ ਆਉਂਦਾ ਘੱਲੂਘਾਰਾ ਹਸਪਤਾਲ ਜੀ। ਤੇ ਘੱਲੂਘਾਰਾ ਹਸਪਤਾਲ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਹੀ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਪੰਜਾਬ ਦੀ ਸਥਿਤੀ ਕੀ ਹੁੰਦੀ ਹੈ। ਇਮੋਸ਼ਨਲ ਲੈਵਲ ਦੇ ਉੱਤੇ ਸਾਰਾ ਪੰਜਾਬ ਜਦੋਂ ਉਬਲਿਆ ਹੁੰਦਾ ਹੈ। ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਨੇ ਜੀ 30 ਕੰਪਨੀਆਂ ਦੀ ਮੰਗ ਕੀਤੀ ਸੀ ਸਾਡੇ ਪੰਜਾਬ ਦੀ ਸਰਕਾਰ ਨੇ। DGP ਸਾਹਿਬ ਨੇ ਚਿੱਠੀ ਲਿਖੀ ਸੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ, ਪਰ ਪੰਜਾਬ 30 ਦੀ ਬਜਾਏ ਦਿੱਤੀਆਂ 10 ਕੰਪਨੀਆਂ ਜੀ। ਉਹਨਾਂ ਦੀ ਜਿਹੜੀ ਹੈਗੀ ਹੈ ਸੁਰੱਖਿਆ ਮਿਲ ਗਈ ਇਹਨਾਂ ਨੂੰ ਔਰ ਉਹ ਹੁਣ ਜਿਹੜਾ ਇੱਥੇ ਆ ਕੇ ਉਹਨਾਂ ਨੇ ਆਪਣੀਆਂ ਪੋਜੀਸ਼ਨਾਂ ਸੰਭਾਲ ਲੈਣੀਆਂ ਜੀ। ਇਹਦੇ ਤੇ ਰਾਜਨੀਤੀ ਵੀ ਹੋਣ ਲੱਗੀ ਕਿਉਂਕਿ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਹੁੰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀ ਜੀ ਕਿ ਜਿਹੜੇ ਲੋਕਾਂ ਦੇ ਲੀਡਰ ਹੈ, ਜਿਹੜੇ ਲੋਕ ਜਿਨ੍ਹਾਂ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਸਿਕਿਉਰਿਟੀ ਦੀ ਕੀ ਲੋੜ ਹੈ। ਸਿਕਿਉਰਿਟੀ ਵਾਪਸ ਕਾਫੀ ਲੈ ਲਈ ਹੈ। ਪਹਿਲਾਂ ਕਹਿੰਦੇ ਸੀ 5000 ਬੰਦਾ ਹਟਾਇਆ ਜਾਊਗਾ ਸਿਕਿਉਰਿਟੀ ਚੋਂ ਜੀ। 5000 ਨਹੀਂ, ਚਲੋ ਜਿੰਨਾ ਵੀ ਹਟਾਇਆ, ਜਿਹੜੇ ਬੇਲੋੜੀ ਬੰਦਿਆਂ ਨੂੰ ਸਿਕਿਉਰਿਟੀ ਦਿੱਤੀ ਸੀ ਉਹ ਚੰਗੀ ਗੱਲ ਹੈ। ਅਸੀਂ ਇੱਥੇ ਸਰਕਾਰ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਸਰਕਾਰ ਨੇ ਵਧੀਆ ਗੱਲ ਕੀਤੀ। ਐਵੇਂ ਆਮ ਬੰਦੇ ਜਿਨ੍ਹਾਂ ਦੀ ਕੋਈ ਲੈਣ ਨਹੀਂ ਦੇਣੀ, ਉਹ ਖਾਮਖਾਹ ਦੇ ਵਿੱਚ ਹੀ ਆਪਣੇ ਆਪ ਨੂੰ ਸੁਪਰ ਜਿਹੜੇ ਹੈਗੇ ਹੈ ਬਣ ਕੇ VIP ਬਣੇ ਫਿਰਦੇ ਸੀ ਔਰ ਸਿੰਬਲ ਆਫ ਸਟੇਟਸ ਨੂੰ ਸਿਕਿਉਰਿਟੀ ਨੂੰ ਬਣਾ ਲਿਆ ਸੀ। ਪਰ ਇਹਦੇ ਨਾਲ ਅਗਲੀ ਗੱਲ ਵੀ ਆਉਂਦੀ, ਹੁਣ ਰਾਜਨੀਤੀ ਹੋਵੇ ਕਿਉਂ ਨਾ ਜੀ, ਕਿ ਪਿਛਲੇ ਦਿਨਾਂ ਦੇ ਵਿੱਚ ਕੁਛ ਕਿੰਤੂ ਪ੍ਰੰਤੂ ਹੋਏ ਸੀ। ਕੁਝ ਲੋਕਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਜਿਹੜੇ ਕਮਾਂਡੋਜ਼ ਹੈ ਜੀ, ਉਹਨਾਂ ਨੂੰ ਦਿੱਲੀ ਭੇਜਿਆ ਹੋਇਆ ਕੇਜਰੀਵਾਲ ਸਾਹਿਬ ਦੀ ਸੁਰੱਖਿਆ 'ਚ। ਖੰਡਨ ਹੋ ਗਿਆ ਸੀ, ਆਮ ਆਦਮੀ ਪਾਰਟੀ ਨੇ ਕਹਿੰਦਾ ਕੋਈ ਐਸੀ ਗੱਲ ਨਹੀਂ ਸੀ ਜੀ। ਲੇਕਿਨ ਹੁਣ ਇੱਕ ਚਿੱਠੀ ਦਾ ਜ਼ਿਕਰ ਹੋ ਰਿਹਾ ਹੈ। ਕਹਿੰਦੇ ਜੀ ਇੱਕ ਚਿੱਠੀ ਲਿਖਤੀ ਪੰਜਾਬ ਦੀ ਪੁਲਿਸ ਨੇ ਦਿੱਲੀ ਪੁਲਿਸ ਨੂੰ ਕਿ ਸਾਡੇ ਖੁਫੀਆ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਜੀ ਕਿ ਖਾਲਿਸਤਾਨੀ ਦਹਿਸ਼ਤਗਰਦ ਕੇਜਰੀਵਾਲ ਸਾਹਿਬ ਦਾ ਨੁਕਸਾਨ ਕਰ ਸਕਦੇ ਹੈ। ਇਸ ਲਈ ਕੇਜਰੀਵਾਲ ਸਾਹਿਬ ਨੂੰ ਸਿਕਿਉਰਿਟੀ ਦੀ ਲੋੜ ਹੈ ਤੇ ਸਾਨੂੰ ਆਗਿਆ ਦਿੱਤੀ ਜਾਵੇ, ਅਸੀਂ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰੀਏ ਜੀ। ਇਹ ਕਹਿੰਦੇ ਜੀ ਦਿੱਲੀ ਪੁਲਿਸ ਨੇ ਹੋਮ ਮਿਨਿਸਟਰੀ ਕੋਲੇ ਭੇਜਤਾ ਤੇ ਹੋਮ ਮਿਨਿਸਟਰੀ ਤੋਂ ਜੋ ਹਦਾਇਤ ਆਈ, ਉਸ ਹਦਾਇਤ ਦੇ ਆਧਾਰ ਦੇ ਉੱਤੇ ਦਿੱਲੀ ਪੁਲਿਸ ਨੇ ਜਵਾਬ ਲਿਖਿਆ ਪੰਜਾਬ ਪੁਲਿਸ ਨੂੰ। ਉਹਦੇ ਵਿੱਚ ਉਹ ਕਹਿੰਦੇ ਕਿ ਆਲਰੇਡੀ ਉਹਨਾਂ ਦੇ ਕੋਲੇ Z+ ਸਿਕਿਉਰਿਟੀ ਹੈ, ਜੇ ਹੋਰ ਲੋੜ ਪਈ ਜੀ ਤਾਂ ਸਾਨੂੰ ਤੁਸੀਂ ਦੱਸ ਦਿਓ, ਅਸੀਂ ਆਪੇ ਇੰਤਜ਼ਾਮ ਕਰਾਂਗੇ, ਸਾਡਾ ਕੰਮ ਹੈ, ਤੁਹਾਨੂੰ ਕੋਈ ਲੋੜ ਨਹੀਂ। ਹੁਣ ਵੱਡੀ ਗੱਲ ਇੱਕ ਇਹ ਹੈ ਕਿ ਇੱਕ ਪਾਸੇ ਤਾਂ ਤੁਸੀਂ ਕੇਜਰੀਵਾਲ ਸਾਹਿਬ ਦੀ ਸੁਰੱਖਿਆ ਵਾਸਤੇ ਦਿੱਲੀ ਆਪਦੀ ਫੋਰਸ ਭੇਜਣ ਨੂੰ ਤਿਆਰ ਹੋ, ਦੂਜੇ ਪਾਸੇ ਤੁਸੀਂ ਕੇਂਦਰ ਤੋਂ ਮੰਗ ਰਹੇ ਹੋ। ਇਹ ਆਪਾ ਵਿਰੋਧ ਕਿੱਥੇ ਆ ਗਿਆ? ਇਹਦਾ ਮਤਲਬ ਹੈ ਕਿ ਗੜਬੜ ਤਾਂ ਕਿਤੇ ਨਾ ਕਿਤੇ ਹੈਗੀ। ਜਿਹੜੇ ਲੋਕ ਕਹਿੰਦੇ ਕਿ ਸਰਕਾਰ ਦਿੱਲੀ ਤੋਂ ਕੰਟਰੋਲ ਹੁੰਦੀ ਹੈ ਰਿਮੋਟ ਨਾਲ, ਉਹ ਠੀਕ ਹੈ। ਹੁਣ ਇਹਦੇ ਤੇ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ ਜੀ। ਅਮਰਿੰਦਰ ਸਿੰਘ 2 ਹੈ, ਇੱਕ ਤਾਂ ਰਾਜਾ ਅਮਰਿੰਦਰ ਸਿੰਘ ਦਾ ਆ ਗਿਆ, ਇੱਕ ਰਾਜਾ ਵੜਿੰਗ, ਇੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਆ ਗਿਆ। ਅਮਰਿੰਦਰ ਸਿੰਘ ਰਾਜਾ ਕੈਪਟਨ ਕਹਿੰਦਾ ਵੀ ਹੁਣ ਆਮ ਆਦਮੀ ਪਾਰਟੀ ਨੂੰ ਇਹ ਅਹਿਸਾਸ ਹੋ ਗਿਆ ਹੈ ਜੀ ਕਿ ਪੰਜਾਬ ਦੀ ਜਿਹੜੀ ਅਸਲ ਸਥਿਤੀ ਕੀ ਹੈ, ਇਹਦਾ ਅਹਿਸਾਸ ਹੋ ਗਿਆ। ਨਾਲ ਉਹ ਕਹਿੰਦੇ ਆ ਵੀ
ਆਪ ਸਰਕਾਰ ਨੇ ਸੂਬੇ ਅੱਗੇ ਬਣੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜੀ ਵਾਧੂ ਸੁਰੱਖਿਆ ਬਲ ਮੰਗ ਕੇ ਰਾਜ ਦੀ ਅਸਲ ਸਥਿਤੀ ਨੂੰ ਸਮਝਿਆ ਜੀ ਤੇ ਆਪ ਆਗੂਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਕਿ ਕੁਝ ਮਹੀਨੇ ਪਹਿਲਾਂ ਜਦ ਕੇਂਦਰ ਨੇ ਸੀਮਾ ਸੁਰੱਖਿਆ ਬਲਾਂ ਦੇ ਕਾਰਜ ਖੇਤਰ ਨੂੰ 15 ਤੋਂ 30 ਕਿਲੋਮੀਟਰ ਵਧਾਉਣ ਦਾ ਫੈਸਲਾ ਕੀਤਾ ਸੀ ਤਾਂ ਇਸੇ ਆਮ ਆਦਮੀ ਪਾਰਟੀ ਨੇ ਉਸ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਸੀ। ਠੀਕ ਹੈ। ਦੂਜੀ ਗੱਲ ਜੀ ਰਾਜਾ ਬੜਿੰਗ ਹੋਰਾਂ ਨੇ ਕਹਿਤੀ, ਉਹ ਕਹਿੰਦੇ ਸਿਕਿਉਰਿਟੀ ਥ੍ਰੈਟ ਦਾ ਵੀ ਅਹਿਸਾਸ ਹੋ ਗਿਆ ਇਹਨਾਂ ਨੂੰ। ਜੀ ਜੇ ਸਿਕਿਉਰਿਟੀ ਥ੍ਰੈਟ ਦਾ ਅਹਿਸਾਸ ਹੁੰਦਾ ਹੈ ਤਾਂ ਦਾਨੇਵਾਲੀਆ ਸਾਹਿਬ ਤੁਸੀਂ ਹੋਰ ਦੇਖਿਆ ਹੋਣਾ ਹੈ, ਇੱਕ ਸਾਡੇ ਮਾਣਯੋਗ MLA ਸਾਹਿਬ ਹੈ, ਹਾਂ ਸਾਬਕਾ ਜੀ ਹੁਣ ਨਹੀਂ, ਪਰਮਿੰਦਰ ਸਿੰਘ ਪਿੰਕੀ ਹੈਗੇ 28 ਪੁਲਿਸ ਕਰਮਚਾਰੀ ਉਹਨਾਂ ਦੇ ਨਾਲ ਤਾਇਨਾਤ ਸੀ। ਪਿਛਲੇ ਨਾਲ ਇੱਕ ਉਹਨਾਂ ਨੂੰ ਵਾਹਨ ਵੀ ਦਿੱਤਾ, ਸੁਰੱਖਿਆ ਵਾਹਨ ਦਿੱਤਾ ਸੀ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਹਨਾਂ ਨੇ ਸਮੀਖਿਆ ਕੀਤੀ ਹੈ ਉਹਦੇ ਵਿੱਚ ਉਹਨਾਂ ਕੋਲ ਬੰਦੇ ਰਹਿ ਗਏ 2 ਤੇ 26 ਲਾ ਲਏ ਤੇ ਉਹ ਵੀ ਇਸੇ ਚੀਜ਼ ਨੂੰ ਲੈ ਕੇ ਚਲੇ ਗਏ ਜੀ ਹਾਈ ਕੋਰਟ। ਅੱਛਾ, ਉਹ ਕਹਿੰਦੇ ਜੀ ਮੇਰੀ ਤਾਂ ਜਾਨ ਨੂੰ ਬੜਾ ਖਤਰਾ, ਦਹਿਸ਼ਤਗਰਦ ਮੇਰੇ ਮਗਰ ਪਏ ਹੁੰਦੇ। ਹੁਣ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਆਪਾਂ ਕੋਈ ਦਹਿਸ਼ਤਗਰਦੀ ਉਸ ਕਿਸਮ ਦੀ ਦਹਿਸ਼ਤਗਰਦੀ ਹੈ ਹੀ ਨਹੀਂ ਵੀ ਜਿਹੜੇ ਮਗਰ ਪੈ ਜਾਣ। ਜਿਹੜੇ ਮਗਰ ਪੈਣ ਵਾਲੇ ਤਾਂ ਹੈ ਹੀ ਨਹੀਂ। ਜੇ ਆਪਾਂ DGP ਦੀ ਸਟੇਟਮੈਂਟ ਨੂੰ ਆਧਾਰ ਬਣਾਈਏ ਤਾਂ DGP ਵੀ ਕਹਿੰਦੇ ਆ ਕਿ ਜਿਹੜਾ ਇੰਟੈਲੀਜੈਂਸ ਦੇ ਹੈੱਡਕੁਆਟਰ ਦੇ ਉੱਤੇ ਹਮਲਾ ਹੋਇਆ ਉਹ ਜਾਨੀ ਨੁਕਸਾਨ ਲਈ ਨਹੀਂ ਸੀ ਹੋਇਆ ਜੀ, ਉਹ ਉਹਨਾਂ ਨੇ ਆਪਣੀ ਹੋਂਦ ਦਿਖਾਉਣ ਵਾਸਤੇ ਹੀ ਉਹ ਕੀਤਾ ਸੀ। ਫਿਰ ਇੱਥੇ ਇਹਨਾਂ ਨੂੰ ਕੀ ਲੋੜ ਹੈ? ਪਰ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਕਿ ਸਿਕਿਉਰਿਟੀ ਦੇ ਨਾਂ ਦੇ ਉੱਤੇ ਕਦੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਹ ਹਕੂਮਤ ਭਾਵੇਂ ਅਕਾਲੀ ਦਲ ਦੀ ਹੋਵੇ, ਭਾਵੇਂ ਕਾਂਗਰਸ ਦੀ ਹੋਵੇ, ਭਾਵੇਂ ਅੱਜ ਆਮ ਆਦਮੀ ਪਾਰਟੀ ਦੇ ਤੇ ਕੱਲ ਨੂੰ BJP ਦੀ ਵੀ ਹੋ ਸਕਦੀ। ਜੀ ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ। ਕਿਸੇ ਦੀ ਵੀ ਹੁਕੂਮਤ ਹੋਵੇ, ਸਿਕਿਉਰਿਟੀ ਹੁੰਦੀ ਹੈ। ਜਾਨ ਤੇ ਮਾਲ ਦੀ ਰਾਖੀ ਕਰਨੀ ਆਮ ਨਾਗਰਿਕਾਂ ਦੀ, ਇਹ ਸਟੇਟ ਦੀ ਜ਼ਿੰਮੇਵਾਰੀ ਹੈ। ਇਕੱਲੇ ਲੀਡਰਾਂ ਨੂੰ ਬਚਾਉਣਾ ਸਟੇਟ ਦੀ ਜ਼ਿੰਮੇਵਾਰੀ ਨਹੀਂ। ਸਾਨੂੰ ਸਾਡੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਹੋਣੀ ਚਾਹੀਦੀ ਹੈ। ਪਰ ਅੱਜ ਹਾਲਤ ਕੀ ਹੈ? ਤੇ ਸਾਨੂੰ ਸਿਪਾਹੀ ਨਹੀਂ ਲੱਭਦਾ ਜੀ ਕੋਈ ਚੌਂਕ 'ਚ। ਮੈਂ ਕਹਿੰਦਾ ਸਿਪਾਹੀ ਕੀ ਹੈ? ਤੁਸੀਂ ਆਪਣੇ ਮਹੱਲੇ ਦੀ ਹਾਲਤ ਦੇਖ ਲਓ ਕੀ ਹੈ। ਤੁਹਾਨੂੰ ਥਾਂ ਥਾਂ ਦੇ ਉੱਤੇ ਨਸ਼ਾ ਵਿਕ ਰਿਹਾ ਹੈ। ਬਿਲਕੁਲ, ਨਸ਼ੇ ਨੂੰ ਫੜਨ ਵਾਲੇ ਬੰਦਾ ਨਹੀਂ ਤੁਹਾਨੂੰ ਮਿਲਦਾ। ਗਰਿੱਲਾ ਲਾ ਕੇ ਲੈ ਗਏ ਜੀ ਦਿਨ ਦਿਹਾੜੇ, ਗਰਿੱਲਾ ਲਾ ਕੇ ਲਈ ਜਾਂਦੇ ਦਿਨ ਦਿਹਾੜੇ। ਬਿਲਕੁਲ 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 ਠੀਕ ਹੈ। ਮੈਂ ਅੱਜ ਢਿੱਲੋਂ ਸਾਹਿਬ ਹੈਰਾਨ ਰਹਿ ਗਿਆ। ਮੈਂ ਫਾਜ਼ਿਲਕਾ ਗਿਆ ਜੀ। ਹੁਣ ਜੇ ਉੱਥੇ ਚੌਂਕ ਦੇ ਵਿੱਚ ਪੁਲਿਸ ਭਾਈ ਹੋਊ ਤਾਂ ਗੱਡੀ ਨੂੰ ਰੋਕੂ। ਗੱਡੀ ਦੀ ਨੰਬਰ ਪਲੇਟ ਕੀ ਹੈ ਜੀ? ਫਲਾਨਾ ਸਿੰਘ ਵੈਡਸ ਫਲਾਨਾ ਸਿੰਘ, ਤੇ ਉਹ ਲਾਈ ਫਿਰ ਤੁਰੇ ਫਿਰਦਾ, ਇਹ ਨਹੀਂ ਪੁੱਛਦਾ ਕੋਈ। ਦਾਨੇਵਾਲੀਆ ਸਾਹਿਬ ਮੈਨੂੰ ਅੱਜ ਸਵੇਰੇ ਇੱਕ ਕਾਲ ਆਉਂਦੀ ਹੈ ਜੀ। ਕਾਲ ਕਿੱਥੋਂ ਆਉਂਦੀ ਹੈ? ਸ਼ੇਰਪੁਰ ਤੋਂ। ਤੇ ਸ਼ੇਰਪੁਰ ਦਾ ਇਲਾਕਾ ਜੇ ਆਪਾਂ ਦੇਖੀਏ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਇਲਾਕਾ ਹੈ। ਹਾਂ, ਇਲਾਕਾ ਹੈਗਾ, ਧੂਰੀ ਹੈ। ਠੀਕ ਹੈ, ਧੂਰੀ ਦੇ ਉੱਥੋਂ ਮਤਲਬ ਇੱਕ ਬੰਦਾ ਆਇਆ, ਉਹ ਬੰਦੇ ਦਾ ਮੈਨੂੰ ਫੋਨ ਆਇਆ, ਨਾ ਮੈਂ ਵੀ ਨਹੀਂ ਪੁੱਛਿਆ ਤੇ ਦੱਸਿਆ ਉਹਨੇ ਵੀ ਨਹੀਂ ਜੀ। ਉਹ ਕਹਿੰਦਾ ਜੀ ਮੈਂ ਬੜੇ ਲੰਬੇ ਸਮੇਂ ਤੋਂ ਤੁਹਾਡਾ ਪ੍ਰੋਗਰਾਮ ਸੁਣਦਾ ਹੋਣਾ। ਮੈਂ ਹਾਂ ਤਾਂ ਡਰਾਈਵਰ, ਪਰ ਗੱਲ ਆਪਾਂ ਨਸ਼ਿਆਂ ਵਾਲੀ ਗੱਲ ਕੀਤੀ ਸੀ। ਜਿਹੜਾ ਕਹਿੰਦਾ ਤੁਸੀਂ ਨਸ਼ਿਆਂ ਵਾਲੀ ਗੱਲ ਕੀਤੀ ਹੈ ਜੀ, ਉਹ ਬਿਲਕੁਲ ਠੀਕ ਕੀਤੀ। ਆਪਾਂ ਕੱਲ੍ਹ ਗੱਲ ਕੀਤੀ ਜੀ ਜੀ। ਕਹਿੰਦੇ ਜੀ ਸਾਡੇ ਹਾਲਤ ਇਹ ਹੈ ਕਿ ਨਿੱਕੇ ਨਿੱਕੇ ਝੁੱਗੀਆਂ ਦੇ ਵਿੱਚ 100 50 ਰੁਪਈਆਂ ਵਾਲੀਆਂ ਜਿਹੜੀਆਂ ਪੁੜੀਆਂ ਉਹ ਜਵਾਕ ਵੇਚੀ ਜਾਂਦੇ। ਜੇ ਬੱਚੇ ਇਸ ਗੱਲ ਦੇ ਉੱਤੇ ਆ ਗਏ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਹਾਲਤ ਕੀ ਹੈ ਤੇ ਸਾਡੀ ਫੋਰਸ ਦੀ ਹਾਲਤ ਕੀ ਹੈ। ਠੀਕ ਹੈ, ਫੋਰਸ ਦੀ ਜਿਹੜੀ ਇੰਨੀ ਕਮੀ ਹੈ, ਔਰ ਇਸ ਕਮੀ ਨੂੰ ਜਿਹੜੀ ਅਸੀਂ ਕਹਿੰਦੇ ਹਾਂ ਕਿ ਜਦੋਂ ਸਾਨੂੰ ਸਿਕਿਉਰਿਟੀ ਚਾਹੀਦੀ ਹੈ, ਸਿਕਿਉਰਿਟੀ ਇਕੱਲੀ ਇਹ ਨਹੀਂ ਕਿ ਸਾਨੂੰ ਲੁਟੇਰੇ ਨਾ ਲੁੱਟਣ। ਆ ਵੀ ਹੈ ਕਿ ਜਿਹੜੇ ਨਸ਼ੇ ਵਗੈਰਾ ਵੇਚੇ ਜਾ ਰਹੇ ਇਹਨਾਂ ਨੂੰ ਕਾਬੂ ਕਰੋ। ਪਰ ਤੁਸੀਂ ਇਹ ਦੇਖੋ, ਚੇਨੀਆਂ ਖੋਲੀਆਂ ਜੀ, ਕੰਨਾਂ 'ਚੋਂ ਵਾਲੀਆਂ ਪੱਟ ਲਈਆਂ। ਹੁਣ ਤਾਂ ਆਮ ਬੰਦੇ ਜਿਹੜੇ ਹੈ ਬਜ਼ੁਰਗਾਂ ਦੇ ਸੱਟਾਂ ਮਾਰ ਕੇ ਸ਼ਰੇਆਮ ਘਰਾਂ ਦੇ ਅੰਦਰ ਟੱਪ ਕੇ ਸਾਈਕਲ ਚੱਕ ਲਏ, ਤੇਲ ਕੱਢ ਲਏ, ਵੀਡੀਓ ਹੁਣ CCTV ਕੈਮਰਿਆਂ 'ਚ ਆਈ ਜਾਂਦੀਆਂ। ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਹੁਣ ਕੀ ਕਰੋਗੇ? ਬਿਲਕੁਲ। ਗੱਡੀਆਂ ਦੇ ਵਿੱਚੋਂ ਦੇਖੋ ਸਭ ਤੋਂ ਵੱਡੀ ਇੱਕ ਸਿਕਿਉਰਿਟੀ ਪਤਾ ਕੀ ਲੱਗਦਾ ਜੀ? ਪੁਲਿਸ ਹੈ, ਉਹ ਟ੍ਰੈਫਿਕ ਪੁਲਿਸ ਹੈ। ਟ੍ਰੈਫਿਕ ਪੁਲਿਸ ਤਾਂ ਲੱਗੀ ਹੋਈ ਆ ਦੂਜੇ ਕੰਮ ਨੂੰ ਇਕੱਠੇ ਕਰਨ ਨੂੰ ਜੀ। ਕੀ ਉਹਨਾਂ ਨੇ ਕਿਤੇ ਰੋਕਿਆ ਵੀ ਆ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਕਿਵੇਂ ਲੰਘ ਰਹੀ ਹੈ, ਇਹ ਸ਼ੱਕੀ ਗੱਡੀ ਕਿਵੇਂ ਲੰਘ ਰਹੀ ਹੈ? ਇਹਨਾਂ ਨੇ ਪਾਸੇ ਕਾਲੇ ਸ਼ੀਸ਼ੇ ਉਹ ਕਿਉਂ ਪਰਦੇ ਲਾਏ ਹੋਏ ਨੇ? ਇੱਥੇ ਗੱਡੀ ਖੜੀ ਕਿਉਂ ਹੈ? ਇਹਦਾ ਨੰਬਰ ਸ਼ੱਕੀ ਕਿਉਂ ਹੈ? ਬਿਨਾਂ ਨੰਬਰ ਪਲੇਟ ਦੇ ਮੋਟਰਸਾਈਕਲ ਕਿਉਂ ਜਾ ਰਿਹਾ? ਇਹ ਤਾਜ਼ਾ ਨੰਬਰ ਪਲੇਟ ਕਿਉਂ ਲਾਹੀ ਹੋਈ ਹੈ? ਜਦੋਂ ਪਟਾਕੇ ਦਾ ਉਹ ਤਾਂ ਥਾਣੇ ਅੱਗੇ ਮਾਰਦੇ ਆ ਜੀ, ਉਹ ਤਾਂ ਥਾਣੇ ਅੱਗੇ ਮਾਰਦੇ ਆ। ਗੱਡੀ ਦੇ ਵਿੱਚ ਹੋਰ ਨਵਾਂ ਟ੍ਰੈਂਡ ਚੱਲ ਗਿਆ ਢਿੱਲੋਂ ਸਾਹਿਬ। ਹੁਣ ਕੱਲ ਪਰਸੋਂ ਵੀਡੀਓ ਆ ਰਹੀ ਸੀ, ਇੱਕ ਲੇਡੀ DSP ਸੀ ਕਿ ਸਬ ਇੰਸਪੈਕਟਰ ਸੀ, ਉਹ ਕੁੜੀ ਨੇ ਕਾਰ ਦੇ ਵਿੱਚੋਂ ਨੀਲੀ ਲਾਲ ਬੱਤੀ ਜੀ ਜਿਹੜੀ ਐ ਵੱਜਦੀ ਐ ਸੱਪ ਜਿਹੇ ਵਾਂਗੂ ਸੱਜੇ ਖੱਬੇ ਸੱਜੇ ਪੁਲਿਸ ਦੇ ਉਹ ਲਵਾਈ ਐ। ਹੁਣ ਉਹ ਬੜਾ ਟ੍ਰੈਂਡ ਚੱਲਿਆ ਹੋਇਆ। ਅੱਜ ਮੈਂ ਜਾ ਰਿਹਾ ਸੀ, ਇੱਕ ਬੀਬੀ ਪਿੰਡ ਚੋਂ ਨਿਕਲੀ ਮਿੱਡੇ ਚੋਂ ਤੇ ਆਉਣ ਸਰ ਚੜਨ ਸਰ ਬੱਤੀਆਂ ਆਨ ਕਰ ਲਈਆਂ ਉਹਨੇ।
ਹੁਣ ਬੀਬੀ ਗੱਡੀ ਚਲਾ ਰਹੀ ਹੈ, ਉਹ ਬੱਤੀ ਅੱਗੇ ਲੱਗੀ ਵੀ ਹੈ ਕਿ ਉਹ ਬੱਤੀ ਦੀਂਦੀ ਨਹੀਂ ਕਿਸੇ ਨੂੰ ਵੀ ਇਹ ਕਿਉਂ ਲੱਗੀ ਹੈ, ਇਹ ਕਿਹੜੀ ਪੋਜੀਸ਼ਨ 'ਚ। ਜਦੋਂ ਹਾਈ ਕੋਰਟ ਨੇ ਲਾਹੀਆਂ ਵੀ ਬੱਤੀਆਂ ਤਾਂ ਤੁਸੀਂ ਸੋਲੂਸ਼ਨ ਕੱਢ ਲਿਆ। ਟਰੈਕਟਰਾਂ ਤੇ ਲੱਗੀਆਂ ਪਈਆਂ ਹੈ, ਹੂਟਰ ਲੱਗੇ ਹੋਏ ਆ, ਦੂਰੋਂ ਹੂਟਰ ਛੱਡ ਦਿੰਦੇ ਆ ਤੁਹਾਡੇ। ਆਹ CCTV ਕੈਮਰੇ ਕਢਾਓ ਵੀ ਆਪਣੇ ਟੋਲ ਪਲਾਜ਼ਿਆਂ ਤੇ ਵੀ ਇੱਥੇ ਆ ਬੱਤੀਆਂ ਜਗਦੀਆਂ ਕਿਹੜਾ ਨੰਬਰ, ਕਿਉਂ ਨਹੀਂ ਚਲਾਨ ਭੇਜੇ ਜਾਂਦੇ ਜੋ ਤੁਹਾਡੇ ਕੋਲ ਸਾਰਾ ਕੁਝ ਅਫੈਂਸ CCTV ਕੈਮਰੇ। ਸੋ ਕਹਿਣ ਤੋਂ ਭਾਵ ਕੀ ਹੈ ਕਿ ਬਿਲਕੁਲ ਨਹੀਂ ਨੂੰ ਆਪਾਂ ਕਹਿੰਦੇ ਕਿ ਸਰਵੀਲੈਂਸ ਜਿਹੜੀ ਹੈ ਉਹ ਖਤਮ ਹੋਈ ਪਈ ਹੈ ਸੜਕਾਂ ਦੇ ਉੱਤੇ, ਤੇ ਕ੍ਰਾਈਮ ਤਾਂ ਹੋਣਾ ਹੀ ਹੈ ਜਿੱਥੇ ਦਿਸਦਾ ਹੀ ਨਹੀਂ ਕੋਈ। ਬਿਲਕੁਲ 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 ਬਿਲਕੁਲ। ਸੋ ਹੁਣ ਗੱਲ ਕਰੀਏ ਆਪਾਂ ਜੀ CBI ਦੀ। CBI ਨੇ ਕਹਿੰਦੇ ਕਾਰਤੀ ਚਿਦੰਬਰਮ ਖਿਲਾਫ ਕਹਿੰਦੇ FIR ਦਰਜ ਕਰ ਲਈ ਹੈ। ਬਿਲਕੁਲ ਜੀ, ਇਹ ਕਾਰਤੀ ਚਿਦੰਬਰਮ ਜਿਹੜਾ ਹੈਗਾ P ਚਿਦੰਬਰਮ ਸਾਬਕਾ ਗ੍ਰਹਿ ਮੰਤਰੀ ਦਾ ਪੁੱਤ ਹੈ, ਤੇ ਮੇਰੇ ਖਿਆਲ ਮੁਤਾਬਕ ਸ਼ਾਇਦ ਇਹ ਆਪ ਵੀ ਹੈ ਇਸ ਵੇਲੇ MP ਵੀ ਹੈ ਤਾਮਿਲਨਾਡੂ ਦੇ ਵਿੱਚੋਂ। ਇਹਦੇ ਖਿਲਾਫ CBI ਨੇ ਕੇਸ ਵੀ ਰਜਿਸਟਰ ਕਰ ਲਿਆ ਜੀ, ਤੇ ਛਾਪੇਮਾਰੀ ਵੀ ਕੀਤੀ। ਤੇ ਛਾਪੇਮਾਰੀ ਦਾ ਜਿਹੜਾ ਅੰਦਾਜ਼ ਆ ਉਹ ਇੱਕ ਬੜਾ ਅਜੀਬ ਸੀ ਜੀ। ਬੈਲ ਨਹੀਂ ਮਾਰੀ, ਦਰਵਾਜ਼ਾ ਨਹੀਂ ਖੜਕਾਇਆ ਜੀ, ਕੰਧਾ ਟੱਪ ਕੇ ਅੰਦਰ ਵੜੇ। ਅੱਛਾ ਜੀ। CRPF ਵਾਲੇ ਆਪਣੇ CBI ਵਾਲੇ ਕੰਧਾ ਟੱਪ ਕੇ ਵੜੇ ਤੇ ਉਹਨਾਂ ਮਕਾਨਾਂ 'ਚ ਵੀ ਵੜ ਗਏ ਜਿਨ੍ਹਾਂ ਮਕਾਨਾਂ ਦਾ ਕਾਰਤੀ ਨਾਲ ਨਹੀਂ ਸੰਬੰਧ। ਉਹ ਮਕਾਨ ਜਿਹੜੇ ਆਂਢ ਗੁਆਂਢ ਦੇ P ਚਿਦੰਬਰਮ ਦਾ P ਚਿਦੰਬਰਮ। ਅੱਛਾ ਜੀ। P ਚਿਦੰਬਰਮ ਕਹਿੰਦਾ ਵੀ FIR 'ਚ ਮੇਰਾ ਨਾਂ ਹੀ ਨਹੀਂ, ਮੇਰੇ ਘਰ ਦੀ ਤਲਾਸ਼ੀ ਕਿਵੇਂ ਲਈ ਵੀ। ਚਲੋ ਇਹ ਇੱਕ ਵੱਖਰੀ ਗੱਲ ਹੈ। ਕਾਰਤੀ ਚਿਦੰਬਰਮ ਕਹਿੰਦਾ ਵੀ ਹੁਣ ਤਾਂ ਰੂਟੀਨ ਦਾ ਕੰਮ ਹੋ ਗਿਆ, ਮੇਰੇ ਕੋਲ ਤਾਂ ਕਹਿੰਦਾ ਰਿਕਾਰਡ ਵੀ ਨਹੀਂ ਰੱਖ ਸਕਦੇ ਆਪਾਂ ਵੀ ਇਹ ਕਿੰਨਵਾਂ ਛਾਪਾ ਤੇ ਕਿੰਨਵਾਂ ਪਰਚਾ ਹੈ। ਪਰਚੇ ਤੇ ਪਰਚਾ ਦੇ, ਪਰਚੇ ਤੇ ਪਰਚਾ ਕਰੀ ਜਾਂਦੇ ਹੈ। ਉਹ ਜਿਹੜੇ ਮਾਮਲੇ ਦੇ ਵਿੱਚ ਪਹਿਲਾਂ ਪਰਚਾ ਦਰਜ ਹੋਇਆ ਸੀ ਜੀ, CBI ਵਾਲੇ ਕਹਿੰਦੇ ਸੀ ਉਹਦੀ ਜਾਂਚ ਕਰਦੇ ਸੀ। ਉਹਦੇ ਵਿੱਚੋਂ ਕਹਿੰਦੇ ਇੱਕ ਨਵੀਂ ਗੱਲ ਦਾ ਪਤਾ ਲੱਗਿਆ ਹੈ। ਅੱਛਾ ਜੀ। ਵੀ ਕਾਰਤੀ ਚਿਦੰਬਰਮ ਨੇ ਮੋਟੇ ਪੈਸੇ ਲੈ ਕੇ ਲੱਖਾਂ ਰੁਪਈਆਂ 'ਚ ਜੀ ਚੀਨੀ ਨਾਗਰਿਕਾਂ ਨੂੰ ਵੀਜ਼ੇ ਦਵਾਏ। ਅੱਛਾ ਜੀ, ਇੰਡੀਆ ਦੇ। ਹਾਂ, ਜਦੋਂ ਗ੍ਰਹਿ ਮੰਤਰੀ ਹੁੰਦੇ ਸੀ P ਚਿਦੰਬਰਮ ਜੀ, ਉਦੋਂ ਕਹਿੰਦੇ ਵੀ ਕੋਈ ਬੰਦੇ ਸੀ ਤੇ ਉਹਨਾਂ ਬੰਦਿਆਂ ਨੇ ਮਤਲਬ ਇਹਨਾਂ ਨਾਲ ਗਿਟਮਿਟ ਕੀਤੀ ਤੇ ਉਹਨਾਂ ਨੇ ਨਾਲ ਉਹ ਆ ਗਏ। ਉਹਦੀ ਜੇ ਹੁਣ ਆਪਾਂ ਡੂੰਘਾਈ ਨਾਲ ਮੈਂ ਸੋਚਿਆ ਵੀ ਚੀਨੀਆਂ ਨੂੰ ਕੀ ਲੋੜ ਪੈ ਗਈ ਹਾਂ ਭਾਰਤ ਦੀ ਮਤਲਬ ਵੀਜ਼ੇ ਲੈਣ ਵਾਸਤੇ। ਵੀਜ਼ੇ ਲੈਣ ਬਾਰੇ ਫਿਰ ਇਹ ਪਤਾ ਲੱਗਿਆ ਕਿ ਆਪਣਾ ਨਹੀਂ ਵਿਦੰਤਾ ਵਾਲਾ ਥਰਮਲ ਪਲਾਂਟ ਆ ਬਠਿੰਡੇ ਬਣਿਆ ਜਿਹੜਾ ਬਠਿੰਡੇ ਆ, ਇੱਥੇ ਆਈ ਸੀ ਬੜੇ ਚੀਨੀ। ਤਲਵੰਡੀ ਸਾਬੋ ਹਾਂ, ਤਲਵੰਡੀ ਸਾਬੋ ਕਹਿੰਦੇ। ਇਹ ਜਿਹੜਾ ਹੈਗਾ ਇਹਦਾ ਕੰਟਰੈਕਟ ਉਹ ਇੱਕ ਚੀਨੀ ਕੰਪਨੀ ਕੋਲੇ ਸੀਗਾ। ਬਿਲਕੁਲ। ਤੇ ਮਸ਼ੀਨਰੀ ਵੀ ਚੀਨੀ ਹੈ, ਇੰਜੀਨੀਅਰ ਵੀ ਚੀਨੀ ਚਾਹੀਦੇ ਬਿਲਕੁਲ ਆਈ ਸੀ। ਉਹ ਜਦੋਂ ਇਹਨਾਂ ਨੂੰ ਉਹ ਦੇਤਾ ਵੀ ਆ ਲਓ ਜੀ ਇਹ ਕੰਮ ਤੁਸੀਂ ਕਰੋ, ਜਿਹੜੀ ਇਹਨਾਂ ਦੀ ਡੇਡਲਾਈਨ ਸੀਗੀ ਜਿਹੜੀ ਹੈਡ ਸੀ ਵੀ ਇਸ ਤਾਰੀਖ ਨੂੰ ਕੰਮ ਮੁਕਾ ਦੇਣਾ, ਕੰਮ ਹੋ ਰਿਹਾ ਸੀ ਲੇਟ। ਫਿਰ ਇਹ ਲੋੜ ਪਈ ਕਿ ਇੰਜੀਨੀਅਰ ਜਾਂ ਜਿਹੜੇ ਟੈਕਨੀਕਲ ਕੰਮ ਹੈ ਉਹ ਮੰਗਵਾਏ ਜਾਣ। ਉਹਦੇ ਮੰਗਵਾਉਣ ਵਾਸਤੇ ਇਮੀਡੀਏਟ ਵੀਜ਼ਾ ਚਾਹੀਦਾ ਸੀ ਜੀ। ਉਹ ਕਹਿੰਦੇ ਵੀ ਜਿਹੜੇ ਫਿਰ ਇਹ ਵਿਦੰਤਾ ਵਾਲੇ ਸੀ ਇਸ ਕੰਪਨੀ ਨੇ ਕਹਿੰਦੇ ਵੀ ਇਮੀਡੀਏਟ ਵੀਜ਼ੇ ਕਿਵੇਂ ਮਿਲਣਗੇ। ਇਹਦਾ ਜੀ ਗ੍ਰਹਿ ਮੰਤਰੀ ਰਾਹੀਂ, ਵੈਸੇ ਮੈਨੂੰ ਨਹੀਂ ਪਤਾ, ਗ੍ਰਹਿ ਮੰਤਰੀ ਤਾਂ ਨਹੀਂ ਵੀ ਗ੍ਰਹਿ ਮੰਤਰੀ ਨੇ ਦੇਣੇ ਆ, ਫੋਰਨ ਮਿਨਿਸਟਰੀ ਨੇ ਦੇਣੇ। ਉਹ ਕਹਿੰਦੇ ਜੀ ਇਹਨਾਂ ਨੇ ਨਾ ਫਿਰ ਅਪਰੋਚ ਕੀਤੀ ਕਾਰਤੀ ਚਿਦੰਬਰਮ ਨੂੰ। ਅੱਛਾ ਜੀ। ਤੇ ਕਾਰਤੀ ਚਿਦੰਬਰਮ ਨੇ ਕਹਿੰਦੇ ਫਿਰ ਪੈਸੇ ਲਏ। ਪੈਸੇ ਲੈ ਕੇ ਕਹਿੰਦੇ ਜੀ ਉਹਨੇ ਫਿਰ ਉਹ ਵੀਜ਼ੇ ਕਲੀਅਰ ਕਰਵਾਤੇ ਜੀ। ਤੇ ਉਹ ਕੇਸ ਕਹਿੰਦੇ ਜੀ ਅਸੀਂ ਹੁਣ ਫਰੋੜਿਆ। ਤੇ ਜਦੋਂ ਕਾਰਤੀ ਇਹ ਗੱਲ ਕਹਿੰਦਾ ਚਿਦੰਬਰਮ ਜੀ ਕਿ ਜੀ ਮੈਨੂੰ ਤਾਂ ਕੇਸਾਂ ਦਾ ਹਿਸਾਬ ਕਿਤਾਬ ਨਹੀਂ ਹੁੰਦਾ, ਜੇ ਦਾਨੇਵਾਲੀਆ ਸਾਹਿਬ ਫੋਰਨ ਮਿਨਿਸਟਰੀ ਨੇ ਦੇਣੇ ਹੈ ਉਹਨਾਂ ਦੇ ਤਾਂ ਉਹਦੇ ਪਿਓ ਦੀ ਤਾਂ ਮਿਨਿਸਟਰੀ ਦਾ ਕੰਮ ਹੀ ਹੈ ਨਹੀਂ। ਬਿਲਕੁਲ। ਤੇ ਫਿਰ ਤਾਂ ਮਤਲਬ ਵੀ ਇਹ ਤਾਂ ਵਾਕਈ ਲੱਗਦਾ ਹੈ ਕਿ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ। ਬਿਲਕੁਲ ਠੀਕ ਹੈ। ਕਾਂਗਰਸ ਪਾਰਟੀ ਦਾ ਪ੍ਰਤੀਕਰਮ ਇਹਦੇ ਤੇ ਆਇਆ। ਉਹ ਕਹਿੰਦੇ ਵੀ ਇਹ ਇੱਕ ਸਿਆਸੀ ਬਦਲਾਖੋਰੀ ਹੈ ਔਰ ਅਸੀਂ ਚਿਦੰਬਰਮ ਫੈਮਿਲੀ ਦੇ ਨਾਲ ਡਟ ਕੇ ਖੜੇ ਆ, ਉਹਦੇ ਨਾਲ ਖੜੇ ਆ ਜੀ ਗੱਲ ਨੂੰ ਸੱਚੀ ਕਰਨ ਵਾਸਤੇ। ਕੱਲ ਕਹਿੰਦੇ ਜੀ ਇੱਥੇ ਵੀ ਤਲਵੰਡੀ ਸਾਬੋ ਥਰਮਲ ਪਲਾਂਟ ਤੇ ਵੀ ਰੇਡ ਕੀਤੀ ਸੀ ਜੀ। ਹੁਣ ਦੱਸੋ ਵੀ ਥਰਮਲ ਪਲਾਂਟ ਦੇ ਉੱਤੋਂ ਕੀ ਮਿਲੂਗਾ? ਉੱਥੇ ਰੇਡ ਕਰਕੇ ਕੀ ਉਹਨਾਂ ਕੋਲ ਡਾਕੂਮੈਂਟਸ ਉਹਦੇ ਪਏ? ਉਹ ਇੱਥੇ ਥੋੜਾ ਪੈਂਦੇ ਨੇ, ਤਾਂ ਕਾਰਪੋਰੇਟ ਦਫ਼ਤਰਾਂ 'ਚ ਪਏ। ਕਾਰਪੋਰੇਟ ਦਫ਼ਤਰ ਪਤਾ ਨਹੀਂ ਨਾ ਦਫ਼ਤਰ ਲੰਡਨ ਹੋਵੇ ਕਿ ਕਿੱਥੇ, ਠੀਕ ਹੈ ਨਾ। ਅੱਛਾ, ਅਗਲੀ ਗੱਲ ਇਹ ਦੇਖੋ ਕਿ ਜਿਹੜੀਆਂ ਵਿਦੰਤਾ ਵਰਗੀਆਂ ਐਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਕਾਰਪੋਰੇਟ ਕੰਪਨੀਆਂ, ਕੀ ਇਹਨਾਂ ਨੂੰ ਆਪਣੇ ਬੰਦਿਆਂ ਨੂੰ ਵੀਜ਼ੇ ਦਿਵਾਉਣ ਵਾਸਤੇ ਰਿਸ਼ਵਤ ਦੇਣੀ ਪਊਗੀ? ਨਾ, ਬਿਲਕੁਲ ਨਹੀਂ। ਅਗਲਾ ਸਿੱਧਾ ਹੀ ਕਹੂਗਾ ਕਿ ਉਹ ਤਾਂ ਸਿੱਧਾ ਹੀ ਉਹਨਾਂ ਦੇ ਚਿੱਠੀ ਲਿਖ ਦੇਣੀ ਹੈ। ਮੈਂ ਕਹਿੰਦਾ ਸਰਕਾਰਾਂ ਨੂੰ ਜੋ ਮਰਜ਼ੀ ਆ ਕਾਰਪੋਰੇਟ ਵਾਲੇ ਕਹਿਣ, ਉਹ ਇਹਨਾਂ ਦੇ ਕਹਿਣ ਤੇ ਹੁਣੇ ਹੀ ਹੋਣਾ। ਪਤਾ ਨਹੀਂ ਕੀ ਕੁਛ ਸਰਕਾਰਾਂ ਨੂੰ ਕਿੰਨੇ ਚੰਦੇ ਦਿੰਦੇ ਹੋਣਗੇ। ਜੇ ਉਦੋਂ UPA ਦੀ ਸਰਕਾਰ ਸੀ, P ਚਿਦੰਬਰਮ ਗ੍ਰਹਿ ਮੰਤਰੀ ਸੀ ਜੀ, ਤਾਂ ਜ਼ਰੂਰ ਫਿਰ ਉਸ ਵੇਲੇ ਜਿਹੜੀ ਹੈਗੀ ਜੀ ਉਹਨਾਂ ਦਾ ਵੀ ਮੁੱਠੀ ਉਹਨਾਂ ਨੇ ਗਰਮ ਕੀਤੀ ਹੋਣੀ ਹੈ। ਚੋਣਾਂ ਦੇ ਵਿੱਚ ਤਾਂ ਚੰਦਾ ਦਿੰਦੇ ਕਾਰਪੋਰੇਟਰ, ਬਿਲਕੁਲ। ਬਗੈਰ ਕਾਰਪੋਰੇਟਰ ਤਾਂ ਚੋਣਾਂ ਲੜੀਆਂ ਨਹੀਂ ਜਾ ਸਕਦੀਆਂ। ਹੁਣ ਤੁਸੀਂ ਦੇਖੋ ਵਾਰ-ਵਾਰ ਇਹ ਗੱਲ ਆ ਰਹੀ ਹੈ ਕਿ ਕਾਂਗਰਸ ਪਾਰਟੀ ਮੁਕਾਬਲਾ ਤਾਂ ਕਰਨ ਨੂੰ ਫਿਰਦੀ ਹੈ ਵੀ BJP ਦਾ ਕਰ ਰਹੀ ਹੈ, ਪਰ ਕਰ ਨਹੀਂ ਸਕਦੀ ਜੀ, ਕਿਉਂਕਿ ਕਹਿੰਦੇ ਇਹਨਾਂ ਕੋਲ ਸਰਮਾਇਆ ਨਹੀਂ ਰਿਹਾ, ਹੁਣ ਪੈਸਾ ਨਹੀਂ ਰਿਹਾ। ਆਪਾਂ ਵੀ ਜਾਣਦੇ ਇਸ ਗੱਲ ਦਾ ਵੀ ਆ ਜਿਹੜੀਆਂ 2-2.5 ਸਰਕਾਰਾਂ ਰਹਿ ਗਈਆਂ ਸੀ, ਹੁਣ ਤਾਂ ਰੂੜ ਕੀ ਰਹਿ ਗਈ ਹੈ ਮੇਰੇ ਖਿਆਲ। ਇੱਕ ਤੁਹਾਡੀ
ਢਾਈ ਕੀ ਰਹਿ ਗਈਆਂ, ਇੱਕ ਝਾਰਖੰਡ ਵਾਲੀ ਹੋ ਗਈ, ਹਾਂਜੀ ਹਾਂਜੀ, ਛੱਤੀਸਗੜ੍ਹ ਵਾਲੀ ਤੇ ਇੱਕ ਰਾਜਸਥਾਨ ਵਾਲੀ ਬਿਲਕੁਲ, ਤੇ ਝਾਰਖੰਡ ਵਾਲੀ ਅੱਧੀ ਕਾ ਅੱਧੀ ਕਾ, ਤੇ ਉਹਨਾਂ ਨੇ ਜਿਹੜੀ ਮਹਾਰਾਸ਼ਟਰ ਵਾਲਿਆਂ ਨੇ ਤੇ ਇਹਨਾਂ ਨੂੰ ਲੈਣ ਦੇਣ ਨੂੰ ਰੱਖੇ ਕੀ ਹੋਣਾ ਕੋਈ ਮਾੜਾ ਮੋਟਾ ਜੀ। ਉਹ ਜਿਹੜਾ ਦਿੱਲੀ ਇਹਨਾਂ ਦੇ ਦਫ਼ਤਰਾਂ ਦਾ ਕਾਰ ਵਿਹਾਰ ਚੱਲਦਾ, ਉਹਨਾਂ ਦੇ ਜਿਹੜੇ ਬਾਬੂਆਂ ਨੂੰ ਤਨਖਾਹਾਂ ਦੇਣੀਆਂ, ਕਲਰਕਾਂ ਨੂੰ, ਜਿਹੜੇ ਸੇਵਾਦਾਰਾਂ ਨੂੰ ਦੇਣੀਆਂ ਤਨਖਾਹਾਂ, ਬਿਜਲੀ ਦੇ ਬਿੱਲ ਭਰਨੇ ਆ, ਉਹ ਸਾਰੇ ਐਂ ਆਉਂਦੇ। ਪਰ ਦੂਜੇ ਪਾਸੇ ਕਹਿੰਦੇ ਵੀ ਦੁਨੀਆ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਤੋਂ ਜੀ ਸਭ ਤੋਂ ਜੇ ਕੋਈ ਅਮੀਰ ਹੈ ਤਾਂ ਉਹ ਬੀਜੇਪੀ ਹੈ। ਸਭ ਤੋਂ ਵੱਡੀ ਪਾਰਟੀ ਵੀ ਬੀਜੇਪੀ ਤੇ ਅਮੀਰ ਵੀ ਬੀਜੇਪੀ ਜੀ। ਹੁਣ ਬੀਜੇਪੀ ਬਣੀ ਕਦੋਂ ਸੀ ਜੀ? 1980 ਚ। 80 ਚ 80 20 ਉਹ ਤੇ 22 ਇਹ 42 ਸਾਲਾਂ ਦੀ ਉਮਰ ਦੇ ਵਿੱਚ ਬੀਜੇਪੀ ਤਾਂ ਇੰਨੀ ਅਮੀਰ ਹੋ ਗਈ ਤੇ ਕਾਂਗਰਸ ਪਾਰਟੀ ਇੰਨੀ ਕਮਜ਼ੋਰ ਹੋ ਗਈ ਕਿ 1885 ਦੀ ਬਣੀ ਵੀ ਕਾਂਗਰਸ, ਤੁਸੀਂ ਲਾਓ ਹਿਸਾਬ ਕਿ 15 ਸਾਲ ਤਾਂ ਉਹ ਹੋ ਗਏ 1900 ਤੱਕ ਜੀ, ਤੇ 100 ਸਾਲ 1900 ਵਾਲਾ 115 ਤੇ 22 ਆ ਜੀ, ਪੌਣੇ 200 ਸਾਲ ਹੋ ਗਏ। 137 ਹਾਂ, 137 ਸਾਲਾਂ ਦੀ ਪਾਰਟੀ ਨੂੰ ਜਿਹੜੀ ਹੈਗੀ ਹੈ 42 ਸਾਲਾਂ ਵਾਲੀ ਪਾਰਟੀ ਜੇ ਮਾਤ ਕਰ ਗਈ ਜੀ, ਪੈਸਾ ਆ ਗਿਆ ਉਹਨਾਂ ਕੋਲੇ, ਤਾਂ ਇਹਦਾ ਮਤਲਬ ਇਹ ਹੈ ਕਿ ਉਹ ਕੰਪਨੀਆਂ ਦਿੰਦੇ, ਹੋਰ ਤੁਸੀਂ ਮੈਂ ਤਾਂ ਦਿੰਦੇ ਨਹੀਂ। ਜਿਹੜੀਆਂ ਕੰਪਨੀਆਂ ਇੰਨਾ ਪੈਸਾ ਦਿੰਦੀਆਂ ਉਹਨਾਂ ਨੂੰ, ਤੇ ਉਹ ਕੰਪਨੀਆਂ ਫਿਰ ਆਪਣੇ ਵਰਕਰਾਂ ਨੂੰ ਵੀਜ਼ਾ ਦਿਵਾਉਣ ਵਾਸਤੇ ਰਿਸ਼ਵਤ ਕਿਉਂ ਦੇਣਗੀਆਂ? ਹਾਂ, ਇਹ ਵੀ ਇੱਕ ਸਵਾਲ ਹੁੰਦਾ। ਮਤਲਬ ਮੈਨੂੰ ਇੱਕ ਕਾਰਤੀ ਦੀ ਗੱਲ ਦੇ ਵਿੱਚ ਕਾਫੀ ਦਮ ਲੱਗਦਾ ਹੈ ਕਿ ਭਾਈ ਮੈਂ ਤਾਂ ਹੁਣ ਜਿਹੜੇ ਹੈਗੇ ਤਾਂ ਬਸ ਉਹੀ ਮੁਕੱਦਮਾ ਬਾਰੀ ਫਿਰ ਦੱਬੀ ਜਾਂਦੇ ਹੈ। ਬਦਲਾਖੋਰੀ ਰਾਜਨੀਤੀ ਹੈ, ਉਹਦੇ ਤਹਿਤ ਹੀ ਸਾਰਾ ਕੁਝ ਹੋ ਰਿਹਾ ਹੈ। ਜੀ ਜੀ। ਸੋ ਢਿੱਲੋਂ ਸਾਹਿਬ, ਅਸਾਮ ਦੇ ਵਿੱਚ ਬੜਾ ਭਾਰੀ ਹੜ੍ਹ ਆ ਗਿਆ, ਉੱਥੇ ਬੜੀ ਭਾਰੀ ਨੁਕਸਾਨ ਦੀਆਂ ਖਬਰਾਂ। ਹਾਫ ਲੌਂਗ ਦਾ ਰੇਲਵੇ ਸਟੇਸ਼ਨ ਦੀ ਤਸਵੀਰ ਆਈ, ਐਨ ਗੱਡੀ ਤੇ ਉੱਤੋਂ ਦੀ ਚੱਕੜ ਦੰਗ ਹੈ, ਰੇਲ ਗੱਡੀ ਦੇ ਉੱਤੋਂ ਦੀ। ਇਹ ਪਹਿਲਾਂ ਵੀ ਹੁੰਦਾ ਰਿਹਾ ਜੀ, ਔਰ ਮੇਰਾ ਖਿਆਲ ਹੈ ਇਹ ਤਾਂ 2-3 ਦਿਨ ਪਹਿਲਾਂ ਆਪਾਂ ਪੜ੍ਹ ਹੀ ਲਿਆ ਸੀ, ਅਲਰਟ ਆ ਗਿਆ ਸੀ ਕਿ ਜਿਹੜਾ ਹੈਗਾ ਇਤਕੀ ਮਾਨਸੂਨ ਵੀ ਪਹਿਲਾਂ ਆ ਰਹੀ ਹੈ ਜੀ, ਐਡਵਾਂਸ ਆ ਰਹੀ ਹੈ, ਤੇ ਤੂਫਾਨ ਵੀ ਆ ਰਹੇ। ਇਹਦਾ ਮਤਲਬ ਤੂਫਾਨ ਜਿਹੜਾ ਆ ਗਿਆ ਤਾਂ ਅਗਲੇ ਦਿਨਾਂ ਦੇ ਵਿੱਚ ਮਾਨਸੂਨ ਵੀ ਆਊਗੀ ਜੀ ਜੀ। ਸੋ ਤੂੜੀ ਦੇ ਰੇਟ ਵੀ ਅਸਮਾਨੀ ਚੜ ਰਹੇ ਨੇ ਲਗਾਤਾਰ ਚੜ ਰਹੇ ਜੀ, ਲਗਾਤਾਰ ਚੜ ਰਹੇ ਜੀ, ਤੂੜੀ ਰਹੀ ਨਹੀਂ, ਉਧਰੋਂ ਅੱਗ ਲਾ ਰਹੇ ਤੇ ਚਲੋ ਖਰਚਿਆਂ ਨੂੰ ਲਾਈ ਜਾਂਦੇ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ ਜੀ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਲੈ ਰਹੇ ਹਾਂ ਜੀ। ਸੋ ਜੁੜਦੇ ਹਾਂ ਰੇਡੀਓ ਪੰਜਾਬ ਟੂਡੇ ਦੇ ਨਾਲ, ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਫਿਰ ਅਗਲਾ ਪ੍ਰੋਗਰਾਮ ਗੀਤ ਬਹਾਰ ਜਿਹੜਾ ਇਸ ਤੋਂ ਫਾਲੋ ਚੱਲੇਗਾ ਜੀ।